श्री नानक पग पंकज बंदन, पग पंकज बंदन। सिमरो अंगद दोख निकंदन, अमरदास गुर हृदय त्यागो, हृदय त्यागो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हर गोबिंद शोभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी। गुरु तेग बहादुर परम कृपाला, परम कृपाला। श्री गुरु गोबिंद सिंह विशाला, तरों तरा पर पुन पुन सीसा, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। सतगुर मम बेरी कटहो, निज बेरी पर चार। एह बेरी होए भव सफल, बिन बेरी कर पारे कंकारा। सतगुरु तेह प्रसाद सच होए, वाहेगुरु जी की फतेह। विघ्न विनाशन सोए, एक ओंकारा। सतगुरु तेह प्रसाद सच होए, वाहेगुरु जी की फतेह। विघ्न विनाशन सोए। सतनाम श्री वाहिगुरु साहिब जी। चौपाई। लाज नाम अपने की राखो, लख सेवक मुझ सेवा भाखो। महिमा हम न लखें तुम्हारी, रावर रूप नरन उपकारी।
ਲਾਜ ਨਾਮ ਆਪਣੇ ਕੀ ਰਾਖੋ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ, ਪਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਕੀਰਤਨ ਦਾ ਰਸ ਪ੍ਰਾਪਤ ਕਰ ਰਹੇ ਸੀਗੇ। ਕੁਝ ਸਮਾਂ ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਆਪ ਜੀ ਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਰਵਣ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਖੁਦਵਾਈ ਕਰਵਾ ਰਹੇ ਹਨ। ਕਿਵੇਂ ਕਿਵੇਂ ਉਸ ਦੌਰਾਨ ਸਿੱਖਾਂ ਦਾ ਭਲਾ ਹੋਇਆ, ਸੇਵਾ ਕਰਦਿਆਂ ਕਰਦਿਆਂ ਵੱਡੀਆਂ ਪ੍ਰਾਪਤੀਆਂ ਉਹਨਾਂ ਨੇ ਕੀਤੀਆਂ। ਇਹ ਕਥਾ ਸਾਧ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ। ਧੰਨ ਧੰਨ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੁਝ ਪ੍ਰੇਮੀਆਂ ਨੂੰ ਆਪ ਸੱਦਾ ਦੇ ਕੇ ਬੁਲਾਇਆ ਜੀ। ਚੇਤਾ ਰੱਖਿਓ, ਜਿਨ੍ਹਾਂ ਦੇ ਭਾਗ ਚੰਗੇ ਉਹ ਆਪੇ ਆ ਗਏ ਜੀ, ਪਰ ਗੁਰੂ ਸਾਹਿਬ ਜਿਨ੍ਹਾਂ ਦਾ ਭਲਾ ਕਰਨਾ ਚਾਹੁੰਦੇ ਆ ਉਹ ਅਜੇ ਪਹੁੰਚ ਨਹੀਂ ਸਕੇ। ਮਹਾਰਾਜ ਨੇ ਉਹਨਾਂ ਨੂੰ ਆਪ ਸੱਦਾ ਦੇ ਕੇ ਭੇਜਿਆ ਜੀ, ਆਪ ਸੱਦਾ ਦੇ ਕੇ ਉਹਨਾਂ ਨੂੰ ਸੱਦਿਆ ਜੀ। ਕੱਲ ਫਿਰ ਆਪ ਜੀ ਨੇ ਇੱਕ ਸਿੱਖ ਦਾ ਜੀਵਨ ਕੱਲ ਤੋਂ ਸੁਣ ਰਹੇ ਹੋ। ਫਫਰੇ ਪਿੰਡ ਦੇ ਵਿੱਚ ਜੱਟ ਹੈ ਜੱਟ, ਹਾਂਜੀ ਇਹ ਤਾਂ ਕਹਿਣਾ ਪੈ ਰਿਹਾ, ਪਛਾਣ ਹੈ ਜੀ, ਸਿੱਧੂ ਗੋਤ ਦਾ ਜੱਟ ਹੈ, ਪਰ ਉਹ ਸਾਧ ਸੰਗਤ ਜੀ ਪੀਰ ਨਗਾਹੇ ਵਾਲੇ ਨੂੰ ਮੰਨਣ ਵਾਲਾ ਬਣ ਕੇ ਤੇ ਉਹਨਾਂ ਦਾ ਚੇਲਾ ਬਣ ਕੇ ਉਹਨਾਂ ਦਾ ਪ੍ਰਚਾਰ ਕਰਦਾ ਤੇ ਪਿੰਡ ਦੇ ਵਿੱਚ ਉਹਦੀ ਬੜੀ ਪੂਜਾ ਹੈ ਜੀ। ਗੁਰੂ ਸਾਹਿਬ ਜੀ ਨੇ 3 ਵਾਰ ਸਿੱਖ ਨੂੰ ਭੇਜਿਆ। ਜੋ ਜੋ ਕੱਲ ਹੋਇਆ ਉਹ ਤੁਸੀਂ ਸਰਵਣ ਕਰ ਹੀ ਚੁੱਕੇ ਹੋ। ਮਹਾਰਾਜ ਨੇ ਉਹਨੂੰ ਸੱਦਾ ਭੇਜਿਆ ਵੀ ਤੂੰ ਕਿੱਧਰ ਤੁਰਿਆ ਫਿਰਦਾ, ਤੂੰ ਤੇ ਸਾਡਾ ਹੈ ਸਾਡਾ। ਬੜੀ ਵੱਡੀ ਗੱਲ 'ਚ ਗੁਰੂ ਸਾਹਿਬ ਕਿਸੇ ਨੂੰ ਇਹ ਆਖਣ ਵੀ ਤੂੰ ਸਾਡਾ ਹੈ ਦੀ, ਗੱਜ ਕੇ ਆਖੋ ਵਾਹਿਗੁਰੂ। ਬਹੁਤ ਵੱਡੀ ਗੱਲ ਹੈ। ਵੇਖੋ ਕੋਈ ਮਾੜਾ, ਕੋਈ ਛੋਟਾ ਮੋਟਾ ਅਹਿਲਕਾਰ ਪਦਵੀ ਵਾਲਾ ਜਾਂ ਇਉਂ ਕਹਿਣਾ ਵੀ ਲੀਡਰ ਕਿਸੇ ਨੂੰ 4 ਜੀਆਂ ਵਿੱਚ ਕਹਿ ਦੇ ਨਾ ਵੀ ਇਹ ਬੰਦਾ ਸਾਡਾ ਹੈ ਤੇ ਲੋਕ ਉਹਦਾ ਸਤਿਕਾਰ ਕਰਨ ਲੱਗ ਪੈਂਦੇ ਜੀ। ਉਸ ਬੰਦੇ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਫਲਾਣੇ ਵੱਡੇ ਬੰਦੇ ਨੇ ਆਖਿਆ ਵੀ ਮੈਂ ਉਹਨਾਂ ਦਾ ਬੰਦਾ ਹਾਂ। ਗੁਰੂ ਅਰਜਨ ਸਾਹਿਬ ਜੀ ਨੇ ਭਾਈ ਬਹਿਲੋ ਜੀ ਨੂੰ ਸੱਦਾ ਭੇਜਿਆ, ਭਾਈ ਬਹਿਲੋ ਤੂੰ ਸਾਡਾ ਹੈ ਸਾਡਾ। ਇਹ ਜਦੋਂ ਬਚਨ ਕਿਹਾ, ਇਸ ਸ਼ਬਦ ਪਤਾ ਨਹੀਂ ਇਹਦੇ ਵਿੱਚ ਕਿੰਨਾ ਕੁ ਪਿਆਰ ਮਹਾਰਾਜ ਦਾ ਛੁਪਿਆ ਹੋਇਆ ਜੀ। ਇੰਨਾ ਸ਼ਬਦ ਕਹਿਣ ਵਿੱਚ ਉਹ ਨਹੀਂ ਮੰਨੇ ਜੀ। ਦੂਜੀ ਵਾਰੀ ਫਿਰ ਮਹਾਰਾਜ ਨੇ ਭੇਜਿਆ। ਮਹਾਰਾਜ ਕਹਿੰਦੇ ਉਹਨੂੰ ਆਖੋ ਇਹ ਸਾਡੇ ਪਿਛਲੇ ਜਨਮਾਂ ਦਾ ਸਾਥੀ ਹੈ। ਭਾਈ ਬਹਿਲੋ ਜੀ ਕਹਿੰਦੇ ਐਵੇਂ ਥੋੜੀ ਪਿਛਲੇ ਜਨਮਾਂ ਦਾ ਸਾਥੀ ਦਾ ਪਤਾ ਲੱਗ ਜਾਂਦਾ, ਪਹਿਲਾਂ ਮੈਨੂੰ ਮੇਰੇ ਪਿਛਲੇ ਜਨਮਾਂ ਦੇ ਬਾਰੇ ਦੱਸੋ। ਗੁਰੂ ਸਾਹਿਬ ਨੂੰ ਆਖੋ ਮੈਨੂੰ ਕੋਈ ਅਤਾ ਪਤਾ ਦੇਣ ਪਿਛਲੇ ਜਨਮਾਂ ਦਾ। ਫਿਰ ਗੁਰੂ ਸਾਹਿਬ ਨੇ ਇੱਕ ਕਾਗਜ਼ ਦੇ ਉੱਤੇ ਉਹਦੇ ਪਿਛਲੇ ਜਨਮਾਂ ਦੇ ਬਾਰੇ ਲਿਖ ਦਿੱਤਾ ਜੀ। ਚੇਤਾ ਰੱਖਿਓ, ਸੱਚੇ ਪਾਤਸ਼ਾਹ ਸਭ ਕੁਝ ਜਾਣਦੇ ਤੇ ਸਭਨਾਂ ਬਾਰੇ ਜਾਣਦੇ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਸਭ ਕੁਝ ਜਾਣਦੇ ਹੈ ਤੇ ਸਭਨਾਂ ਦੇ ਬਾਰੇ ਜਾਣਦੇ ਹੈ ਜੀ। ਜਦੋਂ ਮਹਾਰਾਜ ਨੇ
ਪਿਛਲੇ ਜਨਮ ਲਿਖ ਕੇ ਭੇਜੇ। ਭਾਈ ਬਹਿਲੋ ਜੀ ਨੇ ਪੜ੍ਹੇ। ਭਾਈ ਬਹਿਲੋ ਜੀ ਹੈਰਾਨ ਹੋ ਗਏ ਜੀ, ਨਿਰੇ ਪੜ੍ਹੇ ਹੀ ਨਹੀਂ। ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਨੇ ਪਿਛਲੇ ਜਨਮ ਵਿਖਾ ਦਿੱਤੇ ਜੀ ਉਹਨਾਂ ਨੂੰ ਜੀ। ਪੜ੍ਹਦਿਆਂ ਪੜ੍ਹਦਿਆਂ ਸਭ ਕੁਝ ਨਜ਼ਰ ਆ ਗਿਆ ਜੀ। ਫਿਰ ਕੀ ਸੀਗਾ? ਹੁਣ ਭਾਈ ਬਹਿਲੋ ਜੀ ਗੁਰੂ ਘਰ ਤੇ ਆਉਣ ਨੂੰ ਤਿਆਰ ਨੇ, ਪਰ ਉਹ ਜਿਹੜੇ ਪਦਵੀ ਹੈ, ਸਤਕਾਰ ਹੈ, ਪੀਰ ਬਣੇ ਆ, ਉਹ ਤੰਗ ਕਰਨ ਦਿਆ ਜੀ। ਪਰ ਫਿਰ ਅੰਦਰੋਂ ਮਨ ਨੇ ਪ੍ਰੇਰਿਆ, ਨਹੀਂ ਮਨਾ, ਤੇਰਾ ਭਲਾ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਜਾ ਕੇ ਹੋਣਾ। ਭਾਈ ਬਹਿਲੋ ਜੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆਏ ਜੀ। ਗਲ 'ਚ ਢੋਲ ਪਾ ਲਿਆ, ਢੋਲ ਵਜਾਉਣ ਲੱਗ ਪਏ। ਕਹਿਣ ਲੱਗੇ, ਜਿਸ ਪੀਰ ਦੀ ਮੈਂ ਸ਼ੁਰੂ ਤੋਂ ਲੈ ਕੇ ਸੇਵਾ ਕੀਤੀ, ਨਗਾਹੇ ਵਾਲਾ ਪੀਰ, ਜੇ ਤੇ ਮੈਂ ਉਹਦਾ, ਉਹ ਮੈਨੂੰ ਰੋਕ ਲਏਗਾ। ਦਰਿਆ ਤੱਕ ਜਾਂਦਿਆਂ ਜਾਂਦਿਆਂ ਪਿੰਡ ਦੇ ਲੋਕ ਇਕੱਠੇ ਹੋ ਗਏ। ਹਰੇ ਰੰਗ ਦਾ ਚੋਲਾ ਪਾਇਆ ਸ਼ੇਖ ਬਣੇ, ਗਲ 'ਚ ਢੋਲ ਵਜਾ ਰਹੇ ਆ, ਦਰਿਆ ਵੱਲ ਨੂੰ ਤੁਰੇ ਜਾ ਰਹੇ। ਕਿਸੇ ਪੀਰ ਨੇ ਕੋਈ ਨਹੀਂ ਰੋਕਿਆ ਜੀ। ਹਾਂਜੀ, ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਭਾਈ ਬਹਿਲੋ ਜੀ ਬੇੜੀ 'ਚ ਬਹਿ ਗਏ। ਉਹ ਪੀਰਾਂ ਵਾਲਾ ਬਾਣਾ ਲਾ ਕੇ ਦਰਿਆ ਵਿੱਚ ਵਗਾ ਦਿੱਤਾ ਜੀ। ਫੁਰਨਾ ਉੱਥੇ ਬੈਠਿਆਂ ਹੀ ਬਣਾ ਲਿਆ, ਅੱਜ ਤੋਂ ਮੇਰੀ ਜਿੰਨੀ ਜ਼ਿੰਦਗੀ ਹੈ ਉਹ ਸਾਰੀ ਇਸ ਗੁਰੂ ਸਾਹਿਬ ਦੇ ਲੇਖੇ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਗ ਪ੍ਰੇਰਣ ਬੰਦੇ ਦੇ, ਕਿਸਮਤ ਸਾਥ ਦਵੇ, ਫਿਰ ਐਸੀ ਖੇਡ ਬਣ ਜਾਂਦੀ। ਮਹਾਰਾਜ ਅੱਗੇ ਅਰਦਾਸ ਕਰਿਆ ਕਰੀਏ, ਸੱਚੇ ਪਾਤਸ਼ਾਹ ਅਸੀਂ ਤੁਹਾਡੇ ਚਰਨਾਂ ਵਿੱਚ ਆਏ ਆ ਮਹਾਰਾਜ, ਹੁਣ ਜਿਹੋ ਜਿਹੇ ਵੀ ਹੈਗੇ ਤੁਹਾਡੇ ਆ ਮਹਾਰਾਜ, ਹੁਣ ਕਿਤੇ ਭਟਕਣਾ ਨਾ ਪਵੇ ਸਾਨੂੰ। ਹਜੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਭਾਈ ਬਹਿਲੋ ਜੀ ਆਏ ਹੈ। ਭਾਈ ਬਹਿਲੋ ਜੀ ਨੇ ਬੜਾ ਹੀ ਬੈਰਾਗ ਕੀਤਾ। ਗੁਰੂ ਅਰਜਨ ਸਾਹਿਬ ਦੇ ਪਹਿਲੀ ਵਾਰੀ ਦਰਸ਼ਨ ਹੋਏ ਹੈ। ਇਉਂ ਲੱਗਾ ਜਿਵੇਂ ਜਨਮਾਂ ਜਨਮਾਂ ਦਾ ਵਿਛੜਿਆ ਅੱਜ ਮਿਲਿਆ ਹਾਂ। ਕਿਉਂ? ਅੰਦਰ ਸੰਗਤ ਜੀ ਉਹ ਜਿਹੜਾ ਬੈਠਾ ਹੈ ਨਾ ਜੀ, ਉਹ ਸਭ ਕੁਝ ਗਿਆਨ ਕਰਾਈ ਜਾਂਦਾ ਬੰਦੇ ਨੂੰ ਜੀ। ਹੁਣ ਵੇਖੋ, ਕਈ ਪੁਰਸ਼ਾਂ ਨੂੰ ਅਸੀਂ ਮਿਲਦੇ ਹਾਂ, ਮਿਲੀ ਦਾ ਪਹਿਲੀ ਵਾਰੀ ਹੈ, ਪਰ ਇਉਂ ਲੱਗਦਾ ਜਿਵੇਂ ਪਹਿਲੀ ਵਾਰੀ ਮਿਲੇ ਹੋਈਏ ਜੀ। ਕਈ ਪੁਰਸ਼ਾਂ ਨੂੰ ਮਿਲ ਕੇ ਇਸ ਤਰ੍ਹਾਂ ਹੋਏਗਾ, ਵਾਹਿਗੁਰੂ ਮਿਲੀ ਦਾ ਪਹਿਲੀ ਵਾਰੀ ਹੈ ਤੇ ਇਉਂ ਲੱਗਦਾ ਜਿਵੇਂ ਕਈ ਵਾਰੀ ਮਿਲੇ ਹੁੰਦੇ ਆ। ਕਈ ਪੁਰਸ਼ਾਂ ਨੂੰ ਮਿਲ ਕੇ ਐਸਾ ਹੁੰਦਾ ਜੀ। ਕਿਉਂ ਹੁੰਦਾ? ਸਾਡਾ ਪਿਛਲੇ ਜਨਮਾਂ ਦਾ ਨਾਤਾ ਹੁੰਦਾ ਜੀ ਉਹਦਾ ਨਾਲ ਜੀ। ਉਂਝ ਕੋਈ ਕਿਸੇ ਨੂੰ ਨਹੀਂ ਮਿਲਦਾ ਜੀ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਾਂਗੇ। ਭਾਈ ਬਹਿਲੋ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਬੇਨਤੀਆਂ ਕਰਨ ਦੇ ਹੈ, ਬੈਰਾਗ ਕਰਨ ਦੇ ਹੈ। ਅੱਗੋਂ ਕਥਾ ਸਰਵਣ ਕਰੋ, ਪਿਆਰ ਨਾਲ ਗੱਜ ਕੇ ਸਾਰੀ ਸੰਗਤ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਲਾਜ ਨਾਮ ਆਪਣੇ ਕੀ ਰਾਖੋ। ਸੱਚੇ ਪਾਤਸ਼ਾਹ ਗਰੀਬ ਨਵਾਜ ਮੇਰੀ ਬੇਨਤੀ ਹੈ। ਭਾਈ ਬਹਿਲੋ ਜੀ ਕਹਿ ਰਹੇ, ਗੁਰੂ ਅਰਜਨ ਦੇਵ ਮਹਾਰਾਜ ਆਪ ਆਪਣੇ ਨਾਮ ਦੀ ਲਾਜ ਰੱਖੋ। ਅਰਜਨ, ਗੁਰੂ ਅਰਜਨ ਸਾਹਿਬ ਜੀ ਦੇ ਨਾਮ ਦਾ ਪਤਾ ਕੀ ਅਰਥ ਹੈ? ਜਨ ਕਹਿੰਦੇ ਦਾਸ ਨੂੰ, ਸੇਵਕ ਨੂੰ, ਅਰ ਕਹਿੰਦੇ ਅਰਜੀ ਨੂੰ, ਬੇਨਤੀ ਨੂੰ। ਆਪਣੇ ਸੇਵਕਾਂ ਦੀਆਂ ਬੇਨਤੀਆਂ ਨੂੰ ਸੁਣਨ ਵਾਲੇ ਨੂੰ ਕਹਿੰਦੇ ਅਰਜਨ। ਭਾਈ ਸਾਹਿਬ ਕਹਿ ਰਹੇ, ਇੱਕ ਵਾਰੀ ਆਪਾਂ ਵੀ ਪਿਆਰ ਨਾਲ ਕਹੀਏ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਕਹਿੰਦੇ ਮਹਾਰਾਜ ਤੁਹਾਡਾ ਨਾਮ ਹੈ, ਤੁਸੀਂ ਸੇਵਕਾਂ ਦੀਆਂ ਬੇਨਤੀਆਂ ਸੁਣਨ ਵਾਲੇ ਹੋ। ਮਹਾਰਾਜ ਮੇਰੇ ਤੇ ਮਿਹਰ ਕਰੋ, ਮੇਰੀ ਬੇਨਤੀ ਸੁਣੋ। ਲੱਖ ਸੇਵਕ ਮੁਝ ਸੇਵਾ ਭਾਖੋ। ਵੇਖ ਲੋ ਕਿੱਥੇ ਸਤਕਾਰ ਸੀ, ਪੀਰ ਸੀ, ਪਰ ਹੁਣ ਮਹਾਰਾਜ ਨੂੰ ਆ ਕੇ ਕਹਿ ਰਹੇ, ਮਹਾਰਾਜ ਮੈਨੂੰ ਸੇਵਾਦਾਰ ਸਮਝ ਕੇ ਸੇਵਾ ਤੇ ਲਾ ਲਓ ਜੀ, ਸੇਵਕ ਬਣਾ ਲਓ। ਸਭ ਤੋਂ ਔਖਾ ਸੇਵਕ ਬਣਨਾ ਤੇ ਚੌਧਰੀ ਬਣਨਾ ਬੜਾ ਸੌਖਾ ਹੈਗਾ ਹੈ ਜੀ।
ਸੇਵਕ ਬਣਨਾ ਬੜਾ ਔਖਾ ਹੈਗਾ ਜੀ। ਸਭ ਤੋਂ ਔਖਾ ਕੰਮ ਹੀ ਸੇਵਾਦਾਰ ਬਣਨਾ, ਸੇਵਕ ਬਣਨਾ। ਮਹਾਰਾਜ ਕਿਰਪਾ ਕਰੋ, ਮੈਨੂੰ ਆਪਣਾ ਸੇਵਕ ਬਣਾ ਲਓ। ਮਹਿਮਾ ਹਮਨੈ ਲਖੈ ਤੁਮਾਰੀ, ਮਹਿਮਾ ਹਮ ਨਹਿ ਲਖਹਿ ਤੁਮਾਰੀ। ਸੱਚੇ ਪਾਤਸ਼ਾਹ ਆਪ ਕਿੰਨੇ ਵੱਡੇ ਹੋ, ਮੈਂ ਅੱਜ ਤੱਕ ਆਪ ਜੀ ਦੀ ਮਹਿਮਾ ਸਮਝ ਹੀ ਨਹੀਂ ਸਕਿਆ। ਭੁੱਲਿਆ ਹੀ ਰਿਹਾ ਮਹਾਰਾਜ, ਹੋਰ ਪਾਸੇ ਹੀ ਜਾਂਦਾ ਰਿਹਾ। ਹਾਂਜੀ, ਰਾਵਰ ਰੂਪ ਨਰਨ ਉਪਕਾਰੀ। ਪਰ ਮਹਾਰਾਜ ਆਪ ਜੀ ਨੇ ਤੇ ਸਾਨੂੰ ਤਾਰਨ ਵਾਸਤੇ ਅਵਤਾਰ ਧਾਰਨ ਕੀਤਾ। ਮਹਾਰਾਜ ਤੁਹਾਡਾ ਸਰੂਪ ਮਨੁੱਖਾਂ ਨੂੰ ਤਾਰਨ ਵਾਲਾ ਹੈ। ਹਾਂਜੀ, ਬਿਨੈ ਸੁਨਤ ਸ਼੍ਰੀ ਅਰਜਨ ਗੁਰੂ। ਸੰਗਤ ਜੀ ਇੱਕ ਗੱਲ ਚੇਤਾ ਰੱਖਿਓ, ਜਦੋਂ ਹਿਰਦੇ 'ਚ ਬੈਰਾਗ ਉਪਜੇ, ਪਿਆਰ ਉਪਜੇ, ਕਦਰ ਪਵੇ, ਸਿਫਤਾਂ ਆਪੇ ਹੀ ਅੰਦਰੋਂ ਨਿਕਲੀ ਜਾਂਦੀਆਂ ਬੰਦੇ ਦੇ ਜੀ। ਭਾਈ ਬਹਿਲੋ ਜੀ ਦੇ ਮਨ ਵਿੱਚੋਂ ਸਿਫਤਾਂ ਆਪੇ ਹੀ ਨਿਕਲ ਰਹੀਆਂ ਜੀ, ਆਪੇ। ਮਹਾਰਾਜ ਜੀ ਨੂੰ ਜਦੋਂ ਬੇਨਤੀ ਕੀਤੀ ਨਾ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਬਹਿਲੋ ਜੀ ਦੀ ਸਾਰੀ ਗੱਲ ਧਿਆਨ ਨਾਲ ਸੁਣੀ ਜੀ। ਹਾਂਜੀ, ਹੋਏ ਸ਼ਰਧਾ ਤੇ ਕਾਰਜ ਪੁਰੂ। ਤੇ ਗਰੀਬ ਨਵਾਜ ਮਹਾਰਾਜ ਕਹਿਣ ਲੱਗੇ, ਫਿਰ ਸੁਣ। ਸੰਗਤ ਜੀ, ਇਹ ਇਕੱਲਾ ਭਾਈ ਬਹਿਲੋ ਜੀ ਨੂੰ ਨਹੀਂ ਮਹਾਰਾਜ ਸੁਣਾ ਰਹੇ, ਸਾਨੂੰ ਵੀ ਸੁਣਾ ਰਹੇ ਨੇ। ਮਹਾਰਾਜ ਕਹਿਣ ਲੱਗੇ, ਭਾਈ ਬਹਿਲੋ ਤੇਰੇ ਸਾਰੇ ਕੰਮ ਸਵਰ ਜਾਣਗੇ, ਹੁਣ ਸ਼ਰਧਾ ਰੱਖੀ। ਕਹਿਣ ਲੱਗੇ, ਪਿੱਛੋਂ ਆਏ ਹੈ ਨਾ, ਕੋਈ ਪਤਾ ਨਹੀਂ ਹੈ, ਮਨ ਪਿੱਛੇ ਨੂੰ ਫਿਰ ਉੱਡੂ ਉੱਡੂ ਕਰ ਜੇ ਜੀ। ਭਾਗ ਨਾ ਸਾਥ ਦੇਣ ਤੇ ਇੰਜ ਵੀ ਹੁੰਦਾ ਜੇ। ਹਾਂਜੀ, ਉਜੈਨ ਤੋਂ ਇੱਕ ਬ੍ਰਾਹਮਣ ਬਿਸ਼ੰਬਰ ਦਾਸ, ਉਹਦਾ ਪੁੱਤਰ ਹਰਗੋਪਾਲ 10ਵੇਂ ਪਾਤਸ਼ਾਹ ਕੋ ਆਇਆ ਆਨੰਦਪੁਰ ਸਾਹਿਬ। ਉਹਨੇ ਸਤਿਗੁਰੂ ਦੇ ਦਰਸ਼ਨ ਕੀਤੇ, ਮਹਾਰਾਜ ਨੇ ਕੜਾ ਦਿੱਤਾ ਜੀ ਉਹਨੂੰ ਜੀ। 600 ਰੁਪਈਆ ਉਹਨੇ ਚੜਾਇਆ ਸੀਗਾ ਜੀ। ਜਦੋਂ ਸਤਿਗੁਰੂ ਨੇ ਉਹਨੂੰ ਕੜਾ ਦਿੱਤਾ, ਉਹ ਕਹਿੰਦਾ ਲੈ ਇੰਨੀ ਮਾਇਆ ਦੇ ਕੇ ਕੜਾ ਹੀ ਦਿੱਤਾ। ਉਹਨੇ ਰਸਤੇ 'ਚ ਉਹਦਾ ਸੌਦਾ ਕਰ ਦਿੱਤਾ ਜੀ। ਜਿਹਦੇ ਕੋਲ ਕੜਾ ਗਿਆ ਉਹ ਨਿਹਾਲੋ ਨਿਹਾਲ ਹੋ ਗਿਆ ਜੀ। ਉਹ ਦਿਨੋਂ ਦਿਨ ਘਟਣਾ ਸ਼ੁਰੂ ਹੋ ਗਿਆ ਜੀ। ਕਈ ਵਾਰੀ ਭਾਗ ਨਾ ਸਾਥ ਦੇਣ ਤੇ ਬੈਕ ਗੇਅਰ ਵੀ ਵੱਜ ਜਾਂਦਾ ਜੀ ਬੰਦੇ ਦਾ ਜੀ। ਹਾਂਜੀ, ਮਹਾਰਾਜ ਕਹਿੰਦੇ, ਭਾਈ ਬਹਿਲੋ ਹੁਣ ਡੋਲੀ ਨਾ ਕਹਿਣ ਲੱਗੇ, ਡੋਲੀ ਨਾ ਕਹਿਣ ਲੱਗੇ। ਸ਼ਰਧਾ ਰੱਖੀ, ਸ਼ਰਧਾ ਨਾਲ ਕੰਮ ਸੌਰ ਨਹੀਂ ਸਾਰੇ। ਹਾਂਜੀ, ਦੇਵੀ ਦੇਵਨ ਤੇ ਫਲ ਪਾਵਨ, ਬ੍ਰਹਮਾ ਵਿਸ਼ਨ ਮਹੇਸ਼ ਧਿਆਵਨ। ਮਹਾਰਾਜ ਕਹਿੰਦੇ ਲੋਕ ਸ਼ਰਧਾ ਰੱਖਦੇ ਆ ਦੇਵੀ ਦੇਵਤਿਆਂ ਦੇ ਉੱਤੇ, ਬ੍ਰਹਮਾ ਜੀ ਤੇ, ਵਿਸ਼ਨੂੰ ਜੀ ਤੇ, ਸ਼ਿਵਾਂ ਤੇ, ਉਹਨਾਂ ਨੂੰ ਉਹਨਾਂ ਕੋ ਫਲ ਮਿਲਦਾ ਹੈ। ਹਾਂਜੀ, ਸ਼ਰਧਾ ਧਰ ਸਭ ਤੇ ਫਲ ਪਾਏ। ਪਰ ਸ਼ਰਧਾ ਧਾਰਨ ਕਰਨ ਨਾਲ ਹੀ ਸਾਰਿਆਂ ਤੋਂ ਫਲ ਮਿਲਦਾ ਜੀ। ਹੁਣ ਵੇਖੋ, ਸ਼ਰਧਾ ਹੀ ਨਾ ਹੋਵੇ ਜੀ, ਫਲ ਕਿਵੇਂ ਮਿਲੇਗਾ ਜੀ? ਬਖਸ਼ਿਸ਼ ਕਿਵੇਂ ਹੋਏਗੀ ਜੀ? ਹਾਂਜੀ, ਬਿਨ ਸ਼ਰਧਾ ਕੁਛ ਹੱਥ ਨਾ ਆਏ। ਵਾਹ ਵਾਹ ਵਾਹ, ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ, ਬਹਿਲੋ ਸ਼ਰਧਾ ਤੋਂ ਬਗੈਰ ਕੁਝ ਵੀ ਨਹੀਂ ਬੰਦੇ ਦੇ ਹੱਥ ਆਉਂਦਾ ਜੀ। ਸ਼ਰਧਾ ਕਿਹਨੂੰ ਕਹਿੰਦੇ? ਹੁਣ ਇਹ ਵੀ ਤੇ ਸਵਾਲ ਹੈ ਨਾ, ਸ਼ਰਧਾ ਕਿਹਨੂੰ ਕਹਿੰਦੇ ਆ? ਸ਼ਰਧਾ ਦਾ ਅਰਥ ਹੈ ਜਿਹਦੇ ਤੇ ਤੁਹਾਨੂੰ ਸ਼ਰਧਾ ਪੈਦਾ ਹੋ ਗਈ ਨਾ ਜੀ, ਉਹ ਜੋ ਬੋਲ ਰਿਹਾ ਸਹੀ ਬੋਲ ਰਿਹਾ, ਉਹ ਗਲਤ ਨਹੀਂ ਹੋ ਸਕਦਾ ਜੀ, ਹੋ ਹੀ ਨਹੀਂ ਸਕਦਾ ਗਲਤ ਜੀ। ਉਹਨੂੰ ਸ਼ਰਧਾ ਕਹਿੰਦੇ, ਭਰੋਸਾ ਕਹਿੰਦੇ ਆ। ਮਹਾਰਾਜ ਕਹਿੰਦੇ, ਬਹਿਲੋ ਡੋਲੀ ਨਾ, ਹੁਣ ਸ਼ਰਧਾ ਰੱਖੀ ਕਹਿਣ ਲੱਗੇ। ਹਾਂਜੀ, ਸ਼ਰਧਾ ਮੂਲ ਭਗਤ ਤੁਚ ਸਾਰੇ। ਹਾਂ, ਭਗਤੀ ਦਾ ਮੁੱਢ ਜਿਹੜਾ ਹੈ ਨਾ, ਭਗਤੀ ਤੇ ਛਿੱਲ ਹੈ, ਮੁੱਢ ਕੀ ਹੈ? ਮੁੱਢ ਸ਼ਰਧਾ ਹੀ ਹੈ। ਸ਼ਰਧਾ ਹੀ ਕੰਮ ਸਵਾਰਦੀ ਹੈ। ਹੁਣ ਕੇਲੇ ਦੀ ਛਿੱਲ ਕੋਈ ਥੋੜੀ ਛਕਦਾ, ਵਿੱਚੋਂ ਕੱਢ ਕੇ ਕੇਲਾ ਹੀ ਛਕਦਾ ਹੈ ਨਾ। ਬਸ ਸ਼ਰਧਾ ਕੇਲੇ ਦੀ ਨਿਆਈ, ਫਲ ਦੀ ਨਿਆਈ, ਗੁੱਦੇ ਦੀ ਨਿਆਈ ਹੈ। ਤੇ ਸੰਗਤ ਜੀ, ਆਪਣੇ ਮਨਾਂ 'ਚ ਵਿਚਾਰ ਕਰਿਆ ਕਰੋ ਜੋ ਗੁਰੂ ਅਰਜਨ ਸਾਹਿਬ ਕਹਿ ਰਹੇ। ਮਹਾਰਾਜ ਕੀ ਕਹਿ ਰਹੇ? ਬਹਿਲੋ ਸ਼ਰਧਾ ਰੱਖੀ, ਸ਼ਰਧਾ ਭਰੋਸਾ ਰੱਖੀ। ਕਦੋਂ ਦੇ ਆਪਾਂ ਲੱਗੇ ਜੀ, ਕਈ ਸਾਲ ਹੋ ਗਏ ਲੱਗਿਆਂ ਨੂੰ। ਆਪਣੇ ਮਨ ਦੇ ਕੋਲੋਂ ਪੁੱਛਿਆ ਕਰੋ, ਮਨਾ ਮੇਰੀ ਗੁਰੂ ਤੇ ਸ਼ਰਧਾ ਵਧੀ ਹੈ ਜਾਂ ਗੁਰੂ ਤੋਂ ਸ਼ਰਧਾ ਘਟੀ ਹੈ? ਮਨ ਆਪੇ ਹੀ ਦੱਸ ਦਿੰਦਾ ਜੀ।
ਮਹਾਰਾਜ ਕਹਿੰਦੇ ਸ਼ਰਧਾ ਨਾ ਡੋਲਣ ਦਈ, ਸ਼ਰਧਾ ਮੋਢੀ, ਸ਼ਰਧਾ ਮੂਲ ਹੈ, ਭਰੋਸਾ ਮੂਲ ਹੈ। ਮੈਂ ਤੁਹਾਨੂੰ ਭਰੋਸੇ ਦੀਆਂ ਜਿੰਨੀਆਂ ਗੱਲਾਂ ਸੁਣਾਵਾਂ ਉਨੀਆਂ ਥੋੜੀਆਂ ਜੀ। ਇੱਕ ਬਚਨ ਨਹੀਂ ਹੈ ਸਾਧ ਸੰਗਤ ਜੀ, ਸ਼ਰਧਾ ਦੇ ਬੜੇ ਬਚਨ ਨੇ। ਗੁਰੂ ਘਰ ਦਾ ਇਤਿਹਾਸ ਸ਼ਰਧਾ ਵਾਲਿਆਂ ਦਾ ਭਰਿਆ ਪਿਆ ਜੀ। ਹਾਂਜੀ, ਗਿਆਨ ਤਰੋਵਰ ਉਦੈ ਉਦਾਰੇ। ਸ਼ਰਧਾ ਮੁੱਢ ਹੈ, ਉਰੇ ਤੋਂ ਹੀ ਗਿਆਨ ਦਾ ਰੁੱਖ ਬਣਦਾ, ਮਹਾਰਾਜ ਕਹਿਣ ਲੱਗੇ। ਪਰ ਹੁਣ ਅੱਜ ਕੀ ਹੈ, ਸਾਡੇ ਬੰਦੇ ਸ਼ਰਧਾ ਨਹੀਂ ਰੱਖਦੇ, ਸਿੱਧਾ ਕਹਿੰਦੇ ਗਿਆਨੀ ਬਣਾ ਦਿਓ ਸਾਨੂੰ। ਨਹੀਂ, ਭਾਂਡੇ ਮਾਂਜਣੇ ਪੈਂਦੇ ਆ, ਸ਼ਰਧਾ ਨਾਲ ਸੇਵਾ ਕਰਨੀ ਪੈਂਦੀ ਹੈ, ਭਰੋਸੇ ਨਾਲ ਸੇਵਾ ਕਰਨੀ ਪੈਂਦੀ, ਆਪੇ ਮਹਾਰਾਜ ਕਿਰਪਾ ਕਰ ਦਿੰਦੇ ਬੰਦੇ ਦੇ ਉੱਤੇ ਜੀ। ਹਾਂਜੀ, ਫਲ ਕੇਵਲ ਕੋ ਪ੍ਰਾਪਤ ਹੋਏ। ਗੱਜ ਕੇ ਆਖੋ ਵਾਹਿਗੁਰੂ। ਸ਼ਰਧਾ ਜੜ ਹੈ, ਉਹਦੇ ਤੋਂ ਗਿਆਨ ਦਾ ਰੁੱਖ ਬਣਦਾ ਤੇ ਉਰ ਤੋਂ ਫਿਰ ਮੁਕਤੀ ਦਾ ਫਲ ਲੱਗਦਾ। ਮਹਾਰਾਜ ਕਹਿਣ ਲੱਗੇ ਮੁਕਤ ਹੋਣਾ ਤੇ ਗੁਰਾਂ ਤੇ ਸ਼ਰਧਾ ਰੱਖਣੀ ਪੈਣੀ, ਸ਼ਰਧਾ ਰੱਖਣੀ ਪੈਣੀ। ਸ਼ਰਧਾ ਵਾਲਿਆਂ ਦੀਆਂ ਕਿਆ ਹੀ ਬਾਤਾਂ ਨੇ ਜੀ। ਮੈਂ ਕੇਵਲ ਇੱਕ ਖਿੰਨ ਵਾਸਤੇ, ਸ਼ਰਧਾ ਕਿੰਨੀ ਚਾਹੀਦੀ ਗੁਰੂ ਸਾਹਿਬ ਤੇ। ਕਿਉਂ? ਗੁਰੂ ਅਰਜਨ ਦੇਵ ਜੀ ਭਾਈ ਬਹਿਲੋ ਜੀ ਨੂੰ ਕਹਿ ਰਹੇ ਨੇ, ਭਾਈ ਬਹਿਲੋ ਜੀ ਹੱਥ ਜੋੜ ਕੇ ਸੁਣ ਰਹੇ ਨੇ, ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰ ਰਹੇ ਨੇ। ਪਿਆਰ, ਸ਼ਰਧਾ। ਮਹਾਰਾਜ ਕਲਗੀਧਰ ਜੀ ਦਾ ਗੁਰਪੁਰਬ ਆਉਣ ਵਾਲਾ ਹੈ। ਕਲਗੀਧਰ ਜੀ ਦੇ ਕੋਲ ਆਨੰਦਪੁਰ ਸਾਹਿਬ ਇੱਕ ਸਿੱਖ ਆਉਣ ਲੱਗਾ। ਉਹਦੇ ਪਿੰਡ 'ਚ 2 ਸਿੱਖ ਰਹਿੰਦੇ ਸਨ, ਇੱਕ ਗਰੀਬ ਸੀਗਾ, ਇੱਕ ਅਮੀਰ ਸੀਗਾ। ਜਦੋਂ ਉਸ ਸਿੱਖ ਨੇ ਜਾ ਕੇ ਦੱਸਿਆ, ਭਾਈ ਮੈਂ ਸਤਿਗੁਰੂ ਜੀ ਦੇ ਕੋਲ ਚੱਲਣਾ, ਅਮੀਰ ਸਿੱਖ ਨੇ ਮਾਇਆ ਦਿੱਤੀ, ਕਹਿਣ ਲੱਗਾ ਲੈ ਮੇਰੇ ਵੱਲੋਂ ਕਲਗੀਆਂ ਵਾਲੇ ਦੇ ਚਰਨਾਂ 'ਚ ਮੱਥਾ ਟੇਕੀ। ਗਰੀਬ ਸਿੱਖ ਕੋਲ ਵੀ ਕੌਡੀ ਸੀ, ਉਹਨੇ ਵੀ ਦਿੱਤੀ, ਭਾਈ ਮੇਰੇ ਵੱਲੋਂ, ਮੇਰੇ ਦਾਤੇ, ਮੇਰੇ ਪ੍ਰੀਤਮ, ਮੇਰੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਕੌਡੀ ਰੱਖ ਕੇ ਮੱਥਾ ਟੇਕੀ। ਸਿੱਖ ਪਹੁੰਚ ਗਿਆ ਆਨੰਦਪੁਰ ਸਾਹਿਬ, ਕਲਗੀਧਰ ਬੈਠੇ, ਦੀਵਾਨ ਲੱਗਾ, ਬੜਾ ਆਨੰਦ ਵਰਸ ਰਿਹਾ। ਸਿੱਖ ਨੇ ਨਮਸਕਾਰ ਕੀਤੀ, ਕਹਿਣ ਲੱਗਾ ਮਹਾਰਾਜ ਮੇਰੇ ਪਿੰਡ 'ਚ 2 ਸਿੱਖ ਨੇ, ਆ ਇੱਕ ਨੇ ਆ ਮਾਇਆ ਭੇਜੀ, ਇੱਕ ਨੇ ਕੌਡੀ ਭੇਜੀ। ਗੱਲਾਂ ਕਰਦਿਆਂ ਕਰਦਿਆਂ ਪਤਾ ਕੀ ਆਖਿਆ, ਕਹਿੰਦਾ ਮਹਾਰਾਜ ਉਹ ਜਿਹਨੇ ਮਾਇਆ ਭੇਜੀ ਨਾ ਖੁੱਲੀ, ਉਹਦੇ ਮਨ 'ਚ ਤੁਹਾਡੇ ਪ੍ਰਤੀ ਬੜਾ ਪਿਆਰ ਹੈ। ਅਸੀਂ ਇਹੋ ਅੰਦਾਜ਼ਾ ਲਾ ਦਿੰਦੇ ਹਾਂ ਸਾਧ ਸੰਗਤ, ਜਿਹਨੇ ਬਹੁਤੀ ਮਾਇਆ ਭੇਜੀ ਉਹਦਾ ਬਹੁਤਾ ਪਿਆਰ ਹੈ। ਨਹੀਂ, ਜ਼ਰੂਰੀ ਨਹੀਂ ਹੈ। ਇੱਥੇ ਹੋ ਸਕਦਾ ਹੈ ਕੌਡੀ ਦੇਣ ਵਾਲਾ ਕਿਤੇ ਹੀ ਅੱਗੇ ਹੋਵੇ ਸਾਧ ਸੰਗਤ ਜੀ। ਮਹਾਰਾਜ ਨੇ ਗੱਲ ਸੁਣੀ। ਮਹਾਰਾਜ ਕਹਿੰਦੇ ਹੁਣ ਸੁਣ। ਖੁਦ ਕਲਗੀਧਰ ਕਹਿਣ ਲੱਗੇ, ਮਹਾਰਾਜ ਕਹਿੰਦੇ ਤੈਨੂੰ ਵਿਖਾ ਦਈਏ ਸ਼ਰਧਾ ਕਿਹਦੀ ਜ਼ਿਆਦਾ ਹੈ, ਪਿਆਰ ਕਿਹਦਾ ਹੈ, ਭਰੋਸਾ ਕਿਹਦਾ ਜ਼ਿਆਦਾ ਹੈ। ਮਹਾਰਾਜ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ ਆ ਇੱਕ ਸੂਈ ਲੈ ਲਾ, ਵਾਹਿਗੁਰੂ ਤੂੰ ਜਾ ਕੇ ਨਾ ਇਹ ਗੱਲ ਕਹਿਣੀ ਹੈ ਕਿ ਮੈਂ ਮਹਾਰਾਜ ਦੇ ਕੋਲ ਗਿਆ, ਇੱਕ ਸਿੱਖ ਨੇ ਸੂਈ ਚੜਾਈ 10ਵੇਂ ਪਾਤਸ਼ਾਹ ਨੂੰ, ਇੱਕ ਨੇ ਹਾਥੀ ਚੜਾਇਆ, ਸੂਈ ਦੇ ਨੱਕੇ ਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਹਾਥੀ ਕੱਢ ਦਿੱਤਾ। ਉਹਨੇ ਜਾ ਕੇ ਇਸ ਤਰ੍ਹਾਂ ਹੀ ਕਹਿ ਦਿੱਤਾ। ਪਹਿਲਾਂ ਜਿਹੜਾ ਅਮੀਰ ਸੀ ਉਹਨੂੰ ਜਾ ਕੇ ਕਿਹਾ, ਅਮੀਰ ਕਹਿੰਦਾ ਹੋ ਆਇਆ, ਕਹਿੰਦਾ ਹਾਂ, ਕਹਿੰਦਾ ਮੇਰੀ ਹਾਜ਼ਰੀ ਲਵਾਈ ਸੀ, ਕਹਿੰਦਾ ਲਵਾਈ ਸੀ, ਕਹਿੰਦਾ ਦੱਸ ਫਿਰ ਉੱਥੇ ਕੀ ਵੇਖ ਕੇ ਆਇਆ। ਕਹਿੰਦਾ ਵੇਖਣਾ ਕੀ ਸੀ, ਸੂਈ ਦੇ ਨੱਕੇ ਚੋਂ ਹਾਥੀ ਮਹਾਰਾਜ ਨੇ ਕੱਢ ਦਿੱਤਾ। ਹੁਣ ਸੂਈ ਦਾ ਨੱਕਾ ਬਹੁਤ ਛੋਟਾ ਹੈ। ਉਹ ਅਮੀਰ ਕਹਿਣ ਲੱਗਾ ਤੇਰਾ ਦਿਮਾਗ ਖਰਾਬ ਹੋ ਗਿਆ, ਇਸ ਤਰ੍ਹਾਂ ਵੀ ਹੋ ਸਕਦਾ? ਇਹ ਨਹੀਂ ਹੋ ਸਕਦਾ। ਬਸ ਇਹੋ ਸਾਡੀ ਬੁੱਧੀ ਨੂੰ ਮੈਲ ਲੱਗ ਗਈ, ਅਸੀਂ ਆਪਣੇ ਗੁਰੂ ਤੇ ਵੀ ਸ਼ੰਕਾ ਕਰ ਜਾਂਦੇ ਨੇ। ਸ੍ਰੀ ਗੁਰੂ ਅਰਜਨ ਸਾਹਿਬ ਇਹੋ ਗੱਲ ਹੀ ਭਾਈ ਬਹਿਲੋ ਜੀ ਨੂੰ ਕਹਿ ਰਹੇ, ਬਹਿਲੋ ਸ਼ਰਧਾ ਰੱਖੀ, ਸ਼ਰਧਾ ਤੋਂ ਹੀ ਸਭ ਕੁਝ ਪ੍ਰਾਪਤ ਹੋਣਾ ਹੈ। ਪਿਆਰ ਰੱਖੀ, ਪਿਆਰ ਤੋਂ ਸਭ ਕੁਝ ਮਿਲੇਗਾ। ਕਹਿੰਦਾ ਇਹ ਨਹੀਂ ਹੋ ਸਕਦਾ। ਕਹਿੰਦਾ ਭਰਾਵਾ ਜੋ ਵਰਤਿਆ ਮੈਂ ਦੱਸਦਾ। ਗਰੀਬ ਸਿੱਖ ਕੋਲ ਗਿਆ, ਗਰੀਬ ਨੇ ਸਿੱਖ ਦੀ ਚਰਨਾਂ ਦੀ ਧੂੜ ਲਈ। ਸਿੱਖ ਨੇ ਦੱਸਿਆ, ਕਹਿੰਦਾ ਮੈਂ ਮਹਾਰਾਜ ਕੋਲੋਂ ਹੋ ਕੇ ਆ ਗਿਆ,
ਕਹਿਣ ਲੱਗਾ, ਅੱਛਾ ਮੇਰੇ ਵੱਲੋਂ ਮੇਰੇ ਸਤਿਗੁਰੂ ਦੇ ਚਰਨਾਂ 'ਚ ਨਮਸਕਾਰ ਕੀਤੀ ਸੀ? ਕਹਿੰਦਾ ਹਾਂ ਕੀਤੀ ਸੀ। ਕਹਿੰਦਾ ਫਿਰ ਮੇਰੇ ਪਾਤਸ਼ਾਹ ਦੇ ਤੂੰ ਦਰਸ਼ਨ ਕਰਕੇ ਆਇਆ, ਦੱਸ ਕਿਹੋ ਜਿਹੇ ਦਰਸ਼ਨ ਹੋਏ? ਕਹਿੰਦਾ ਭਰਾਵਾ ਇੱਕ ਹੈਰਾਨ ਕਰਨ ਵਾਲੀ ਮੈਂ ਗੱਲ ਵੇਖੀ। ਕਹਿੰਦਾ ਕੀ ਵੇਖਿਆ? ਕਹਿੰਦਾ ਮਹਾਰਾਜ ਨੇ ਸੂਈ ਦੇ ਨੱਕੇ ਚੋਂ ਹਾਥੀ ਕੱਢ ਦਿੱਤਾ। ਕਹਿੰਦਾ ਇਹਦੇ 'ਚ ਹੈਰਾਨੀ ਵਾਲੀ ਕਿਹੜੀ ਗੱਲ ਹੈ? ਪਿਆਰ ਵਾਲਾ ਬੋਲਿਆ, ਸ਼ਰਧਾ ਵਾਲਾ ਬੋਲਿਆ। ਕਹਿੰਦਾ ਉਹ ਭਾਈ ਇਹਦੇ 'ਚ ਹੈਰਾਨੀ ਵਾਲੀ ਕਿਹੜੀ ਗੱਲ ਹੈ? 10ਵੇਂ ਪਾਤਸ਼ਾਹ ਇੰਨੇ ਵੱਡੇ ਨੇ, ਇੰਨੇ ਵੱਡੇ ਨੇ, ਉਹ ਇੱਕ ਖਿਣ ਵਿੱਚ ਸੂਈ ਦੇ ਨੱਕੇ ਚੋਂ ਹਜ਼ਾਰਾਂ ਹੀ ਹਾਥੀ ਕੱਢ ਸਕਦੇ ਨੇ। ਕਹਿਣ ਲੱਗੇ ਸਤਿ ਸ੍ਰੀ ਅਕਾਲ। ਸ਼ਰਧਾ, ਭਰੋਸਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤ 'ਚ ਗੁਰਮੁਖ ਦੱਸਦੇ, ਸ਼ਰਧਾਲੂ ਕੋ ਸਭ ਕਿਛ ਆਹੈ, ਹੋਏ ਅਸ਼ਰਦਕ ਕਛੂ ਨਾ ਲਹੈ। ਸ਼ਰਧਾ ਵਾਲੇ ਵਾਸਤੇ ਤੇ ਸਭ ਕੁਝ 'ਚ, ਜਿਹਦੇ ਮਨ 'ਚ ਸ਼ਰਧਾ ਨਹੀਂ ਹੈ, ਪਿਆਰ ਨਹੀਂ ਹੈ, ਸਾਧ ਸੰਗਤ ਜੀ, ਉਹ ਕੁਝ ਵੀ ਨਹੀਂ ਪ੍ਰਾਪਤ ਕਰ ਸਕਦਾ ਜੀ। ਇਹ ਬਚਨ ਹਵਾ 'ਚ ਨਾ ਕੱਢ ਦਿਆ ਕਰੀਏ, ਇਹ ਬਚਨ ਖੁਦ ਸੱਚੇ ਪਾਤਸ਼ਾਹ ਕਹਿ ਰਹੇ ਹਨ। ਫਿਰ ਪੜੋ, ਫਲ ਕੇਵਲ ਕੋ ਪ੍ਰਾਪਤ ਹੋਏ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਬੈਲੋ ਸ਼ਰਧਾ ਜੜ ਹੈ, ਗਿਆਨ ਪ੍ਰਾਪਤ ਹੁੰਦਾ ਹੈ ਜਿਹਦੇ ਅੰਦਰ ਸ਼ਰਧਾ ਹੁੰਦੀ ਹੈ। ਗਿਆਨ ਰੁੱਖ ਦੀ ਨਿਆਈ ਹੈ, ਤੇ ਇਹਦੇ ਤੋਂ ਅੱਗੇ ਮੁਕਤੀ ਦਾ ਫਲ ਲੱਗਦਾ। ਫਿਰ ਹੁਣ ਜੜ ਹੀ ਨਹੀਂ ਹੋਏਗੀ ਤੇ ਫਲ ਕਿੱਥੋਂ ਪ੍ਰਾਪਤ ਹੋਏਗਾ? ਮਨ 'ਚ ਗੁਰੂ ਸਾਹਿਬ ਨਾਲ ਪਿਆਰ ਹੀ ਨਹੀਂ ਹੈ, ਮਨ 'ਚ ਸਤਿਗੁਰੂ ਜੀ ਦੇ ਪ੍ਰਥਾਏ ਭਰੋਸਾ ਹੀ ਨਹੀਂ ਹੈ, ਮੁਕਤੀ ਦਾ ਫਲ ਕਿੱਥੋਂ ਲੱਗੇਗਾ? ਹਾਂਜੀ, ਭਰੋਸੇ ਵਾਲੇ ਬਚਨ ਗੁਰਬਾਣੀ 'ਚ ਬਹੁਤ ਜ਼ਿਆਦਾ ਨੇ। ਸਤਿਗੁਰ ਮੇਰਾ ਵੱਡ ਸਮਰੱਥਾ, ਗੱਜ ਕੇ ਆਖੋ ਵਾਹਿਗੁਰੂ। ਮੇਰੇ ਸਤਿਗੁਰੂ ਜੀ ਵੱਡੀ ਸਮਰੱਥਾ ਦੇ ਮਾਲਕ ਹਨ, ਗੁਰੂ ਸਾਹਿਬ ਕੁਝ ਵੀ ਕਰ ਸਕਦੇ ਹਨ। ਸੋ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਭਾਈ ਬਹਿਲੋ ਜੀ ਨੂੰ ਕਹਿ ਰਹੇ ਹਨ, ਜਿਸ ਤੇ ਸੰਕਟ ਹੋਏ ਨਾ ਕੋਏ। ਜਦੋਂ ਮੁਕਤੀ ਰੂਪੀ ਫਲ ਸ਼ਰਧਾ ਕਰਕੇ ਮਿਲਦਾ ਹੈ ਨਾ, ਐਸੇ ਪ੍ਰੇਮੀ ਨੂੰ ਕੋਈ ਵੀ ਸੰਕਟ ਨਹੀਂ ਆਉਂਦਾ, ਕੋਈ ਵੀ ਸੰਕਟ ਨਹੀਂ ਆਉਂਦਾ। ਹਾਂਜੀ, ਸ਼ਰਧਾ ਬਿਨ ਸਭ ਨਿਸ਼ਫਲ ਕਰਮ। ਵਾਹ 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 ਵਾਹ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਦਾ ਬਚਨ ਬੜਾ ਕੀਮਤੀ ਹੈ। ਸ਼ਰਧਾ ਨਹੀਂ ਹੈ, ਸਾਰੇ ਕਰਮ ਨਿਸ਼ਫਲ ਹਨ, ਕੰਮ ਕੀਤਿਆਂ ਨੂੰ ਕੋਈ ਫਲ ਨਹੀਂ ਲੱਗਦਾ। ਮੰਨ ਲਓ ਸਾਰੀ ਦਿਹਾੜੀ ਲੰਗਰ 'ਚ ਭਾਂਡੇ ਮਾਂਜੇ, ਉਹ ਗੁਰੂ ਨਾਲ ਪਿਆਰ ਹੀ ਨਹੀਂ ਜਦੋਂ ਹੈਗਾ, ਸਾਧ ਸੰਗਤ ਜੀ, ਉੱਥੇ ਲਾਭ ਨਹੀਂ ਪ੍ਰਾਪਤ ਹੁੰਦਾ ਜੀ। ਮਹਾਰਾਜ ਕਹਿੰਦੇ, ਭਾਈ ਪਿਆਰਿਆ, ਸ਼ਰਧਾ ਤੋਂ ਬਗੈਰ ਸਭ ਕੁਝ ਨਿਸ਼ਫਲ ਹੈਗਾ ਹੀ। ਪਰ ਸ਼ਰਧਾ ਪ੍ਰਾਪਤ ਕਦੋਂ ਹੁੰਦੀ ਹੈ ਉਹ ਵੀ ਸੁਣ ਲਓ। ਮਹਾਰਾਜ ਬਾਣੀ 'ਚ ਕਹਿੰਦੇ, ਸਤਿਗੁਰ ਹੋਏ ਦਇਆਲ, ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ, ਤਾਂ ਸ਼ਰਧਾ ਪੂਰੀਐ। ਜਦੋਂ ਸੱਚੇ ਪਾਤਸ਼ਾਹ ਮਿਹਰਬਾਨ ਹੋ ਜਾਂਦੇ ਹਨ, ਉਦੋਂ ਫਿਰ ਸਿੱਖ ਦੀ ਪੂਰੀ ਸ਼ਰਧਾ ਵੱਧ ਜਾਂਦੀ ਹੈ। ਆਪਣਾ ਲਾਇਆ ਪਿਰਮ ਨਾ ਲੱਗਈ, ਸ਼ਰਧਾ ਆਪੇ ਨੀਚੇ ਪੈਦਾ ਹੁੰਦੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ। ਪ੍ਰੀਤਮ ਆਪਣੇ, ਜਦੋਂ ਪ੍ਰੀਤਮ ਲਾਵੇ ਫਿਰ ਹੀ ਪ੍ਰੇਮ ਪੈਦਾ ਹੁੰਦਾ ਜੀ। ਹਾਂਜੀ, ਸੁਧਰ ਹੈ ਹਿਰਦਾ ਨਾ ਪ੍ਰਾਪਤ ਧਰਮ। ਸ਼ਰਧਾ ਤੋਂ ਬਗੈਰ ਸਭ ਕੰਮ ਨਿਸ਼ਫਲ ਨੇ, ਤੇ ਸੁਧਰ ਹੈ ਹਿਰਦਾ ਨਾ ਪ੍ਰਾਪਤ ਧਰਮ। ਨਾ ਹਿਰਦਾ ਹੀ ਸੁੱਧ ਹੁੰਦਾ ਹੈ ਤੇ ਨਾ ਧਰਮ ਦੀ ਪ੍ਰਾਪਤੀ ਹੁੰਦੀ ਜੀ। ਜਿੰਨੇ ਮਰਜ਼ੀ ਭਾਂਡੇ ਮਾਂਜੇ, ਜਿੰਨੀ ਮਰਜ਼ੀ ਸੇਵਾ ਕਰੇ, ਅੰਤਰ ਖਾਲੀ ਪ੍ਰੇਮ ਬਿਨ। ਅੰਦਰ ਪਿਆਰ ਹੀ ਨਹੀਂ ਹੈਗਾ, ਹਿਰਦਾ ਨਹੀਂ ਸ਼ੁੱਧ ਹੋਏਗਾ ਜੀ।
ਹਿਰਦਾ ਮਹਾਰਾਜ ਕਹਿੰਦੇ ਪਵਿੱਤਰ ਨਹੀਂ ਹੋਏਗਾ। ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਝੋਲੀ ਅੱਡ ਕੇ ਬੈਠਿਆ ਕਰੋ। ਮਹਾਰਾਜ ਨੂੰ ਆਖੋ ਸੱਚੇ ਪਾਤਸ਼ਾਹ ਸਾਡੇ ਤੇ ਦਿਆਲੂ ਹੋਵੋ, ਸਾਨੂੰ ਵੀ ਸ਼ਰਧਾ ਬਖਸ਼ੋ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀਐ। ਪੂਰੀ ਪੂਰੀ ਸ਼ਰਧਾ ਵੱਜਦੀ ਜੇ ਜਦੋਂ ਮਹਾਰਾਜ ਕਿਰਪਾ ਕਰਦੇ ਹਨ। ਹਾਂਜੀ, ਸ਼ਰਧਾ ਸਭ ਤੇ ਪੂਰਬ ਚਾਹੀਐ। ਸਭ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਕਹਿੰਦੇ ਸ਼ਰਧਾ ਹੀ ਚਾਹੀਦੀ ਸਿੱਖ ਦੇ ਅੰਦਰ। ਭਰੋਸਾ ਹੋਵੇ, ਪ੍ਰੇਮ ਹੋਵੇ। ਹਾਂਜੀ, ਜਿਸ ਤੇ ਮਨ ਬਾਂਛਤ ਫਲ ਲਹੀਐ। ਲਓ, ਜੇ ਸ਼ਰਧਾ ਹੈ ਨਾ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜੋ ਮਨ ਚ ਸੋਚੋਗੇ ਉਹੋ ਹੀ ਮਿਲੇਗਾ ਜੀ। ਸ਼ਰਧਾ ਹੀ ਨਹੀਂ ਹੈਗੀ ਜੀ, ਭਰੋਸਾ ਹੀ ਨਹੀਂ ਹੈਗਾ ਜੀ। ਹਾਂਜੀ, ਇਮ ਕਹੈ ਸਤਿਗੁਰ ਕੀਨ ਦਿਹਾਰੀ। ਉਹ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਇੱਕ ਗੱਲ ਸੁਣਾਈ ਸੀ। ਉਹਨਾਂ ਦੀ ਦਾੜ ਦਰਦ ਹੋਵੇ, ਕਥਾ ਨਾ ਹੋਈ। ਇੱਕ ਟਾਈਮ ਦਾ ਨਾਗਾ ਸੀ, ਮੋਚੀ ਲੱਗੇ ਸੀ। ਉਹਨੇ ਮੰਤਰ ਪੜ੍ਹ ਕੇ ਦਾੜ ਨੂੰ ਕੀਲਿਆ, ਦਾੜ ਸਹੀ ਨਹੀਂ ਹੋਈ ਜੀ। ਮੋਚੀ ਕਹਿੰਦਾ ਅੱਜ ਕਥਾ ਨਹੀਂ ਫੇਰ ਕੀਤੀ। ਮਸਕੀਨ ਜੀ ਕਹਿੰਦੇ ਅਰੇ ਦਾੜ ਨਹੀਂ ਸਹੀ ਹੋਈ। ਕਹਿੰਦਾ ਮੇਰੇ ਮੰਤਰ 'ਚ ਨਹੀਂ ਕਮੀ, ਤੁਹਾਨੂੰ ਨਾ ਮੇਰੇ ਤੇ ਸ਼ਰਧਾ ਨਹੀਂ ਹੈਗੀ। ਕਹਿਣ ਲੱਗਾ ਤੁਸੀਂ ਵਿਸ਼ਵਾਸ ਤੇ ਕਰੋ, ਆਪੇ ਠੀਕ ਹੋ ਜਾਣਾ ਤੁਸੀਂ। ਮਸਕੀਨ ਜੀ ਕਹਿਣ ਲੱਗੇ, ਕਹਿੰਦੇ ਮੈਂ ਵਾਕਈ ਉਹਦੇ ਤੇ ਜਦੋਂ ਵਿਸ਼ਵਾਸ ਕੀਤਾ ਮੇਰੀ ਦਾੜ ਸਹੀ ਹੋ ਗਈ ਜੀ। ਹਾਂਜੀ, ਭਰੋਸੇ ਦੀ ਡਾਕਟਰ ਤੇ ਵੀ ਤੇ ਭਰੋਸਾ ਹੈ ਤੇ ਜਾਂਦੇ ਹੋ ਨਾ, ਮੈਨੂੰ ਰੋਗ ਤੋਂ ਮੁਕਤ ਕਰ ਦੇਗਾ। ਪਿਆਰਿਓ, ਜਨਮ ਮਰਨ ਦਾ ਬੰਧਨ ਕੱਟਣ ਵਾਲੇ ਸਾਡੇ ਸਤਿਗੁਰੂ ਨੇ ਇਹ ਵੀ ਭਰੋਸਾ ਰੱਖਿਆ ਕਰੋ ਜੀ। ਇਹ ਵੀ ਭਰੋਸਾ ਰੱਖਿਆ ਕਰੋ। ਸ਼ਰਧਾ ਸਭ ਤੋਂ ਪਹਿਲਾਂ ਚਾਹੀਦੀ ਹੈ। ਸ਼ਰਧਾ ਦੇ ਨਾਲ ਹੀ ਸਭ ਕੁਝ ਮਿਲਦਾ ਹੈ। ਇਮ ਕਹਿ ਸਤਿਗੁਰ ਕੀਨ ਦਿਹਾਰੀ। ਇਹ ਕਹਿ ਕੇ ਮਹਾਰਾਜ ਨੇ ਭਾਈ ਬਹਿਲੋ ਦੀ ਦਿਹਾੜੀ ਬੰਨ੍ਹ ਦਿੱਤੀ। ਭਾਈ ਬਹਿਲੋ, ਪਿਆਰ ਨਾਲ ਸੇਵਾ ਕਰੀ ਜਾ, ਤੇਰੇ ਧੀਆਂ ਪੁੱਤ ਵੀ ਨੇ, ਤੂੰ ਉੱਥੇ ਵੀ ਮਾਇਆ ਭੇਜਣੀ ਹੈ। ਮਹਾਰਾਜ ਕਹਿਣ ਲੱਗੇ ਤੈਨੂੰ ਰੋਜ਼ ਪੈਸੇ ਵੀ ਮਿਲ ਜਾਇਆ ਕਰਨਗੇ। ਲਿਹੋ ਗੁਰ ਘਰ ਤੇ ਕਰੋ ਅਗਾਰੀ। ਤੇ ਮਹਾਰਾਜ ਕਹਿਣ ਲੱਗੇ ਗੁਰੂ ਘਰ ਤੋਂ ਲੰਗਰ ਛਕ ਲਿਆ ਕਰੀ। ਕਹਿਣ ਲੱਗੇ ਹਾਂਜੀ, ਅਬ ਤੀਰਥ ਕੀ ਕਾਰ ਕਰੀਜੈ। ਜਾ ਭਾਈ ਬਹਿਲੋ, ਸਰੋਵਰ ਦੀ ਸੇਵਾ ਚੱਲ ਰਹੀ ਹੈ, ਤੀਰਥ ਦੀ ਸੇਵਾ ਚੱਲ ਰਹੀ ਹੈ, ਜਾ ਕੇ ਸੇਵਾ ਕਰ। ਸਭ ਸੰਗਤ ਕੇ ਸੰਗਮ ਲੀਜੈ। ਸਾਰੀ ਸੰਗਤ ਦੇ ਨਾਲ ਰਲ ਕੇ ਸੇਵਾ ਕਰ। ਹੁਣ ਵੇਖੋ ਪਿੱਛੋਂ ਤੇ ਪੀਰ ਸਨ ਜੀ, ਇੱਥੇ ਆ ਕੇ ਸੇਵਕ ਬਣ ਗਏ ਭਾਈ ਬਹਿਲੋ ਜੀ। ਹਾਂਜੀ, ਜਹਾਂ ਈਂਟ ਕੇ ਲੱਗੇ ਭਜਾਵੇ। ਮਹਾਰਾਜ ਕਹਿਣ ਲੱਗੇ ਜਿੱਥੇ ਆਵੇ ਲੱਗੇ ਐ, ਇੱਟਾਂ ਦੇ ਆਵੇ ਲੱਗੇ ਐ, ਬਾਹੋ ਈਂਧਨ ਕੇ ਸੰਗ ਪਕਾਵੇ। ਤੇ ਬਾਲਣ ਬਾਲ ਕੇ ਸੇਕ ਦੇ ਕੇ ਇੱਟਾਂ ਨੂੰ ਜਿੱਥੇ ਪੱਕਿਆਂ ਕਰਦੇ ਐ ਪੱਠਾ। ਹਾਂਜੀ, ਤਹਾਂ ਸਿੱਖ ਸੇਵਾ ਬਹੁ ਕਰਹੀ। ਮਹਾਰਾਜ ਕਹਿੰਦੇ ਬਹਿਲੋ ਉੱਥੇ ਬੜੇ ਸਿੱਖ ਸੇਵਾ ਕਰ ਰਹੇ ਨੇ। ਹਾਂਜੀ, ਕਰਦਮ ਤੇ ਈਟਨ ਕੋ ਘਰ ਹੀ। ਹਾਂ, ਪਹਿਲਾਂ ਉਹ ਚੀਕਣੀ ਮਿੱਟੀ ਇਕੱਠੀ ਕਰਦੇ ਆ, ਉਹਦਾ ਚਿੱਕੜ ਬਣਦਾ, ਗਿੱਲੀ ਹੁੰਦੀ ਹੈ ਸਾਰੀ, ਉਹਦੇ ਤੋਂ ਸਾਂਚਿਆਂ 'ਚ ਪੈਂਦੀ ਹੈ, ਫਿਰ ਇੱਟਾਂ ਘੜਦੇ ਆ। ਹਾਂਜੀ, ਸ਼ੁਸ਼ਕ ਹੋਏ ਤਬ ਲੇਹ ਉਠਾਏ। ਜਦੋਂ ਉਹ ਇੱਟਾਂ ਸੁੱਕ ਜਾਂਦੀਆਂ ਨੇ ਉਦੋਂ ਸਿੱਖ ਚੁੱਕ ਕੇ ਲੈ ਆਉਂਦੇ ਹਨ। ਆਵੇ ਬਿਖੈ ਧਰੈ ਸਮੁਦਾਏ। ਬਾਕੀ ਆਵੇ ਦੇ ਵਿੱਚ ਰੱਖਦੇ ਆ, ਆਵੇ ਵਿੱਚ ਰੱਖ ਕੇ ਇੱਟਾਂ ਨੂੰ ਪਕਾਉਂਦੇ ਆ, ਲਾਲ ਕਰਦੇ ਆ ਚੰਗੀ ਤਰ੍ਹਾਂ। ਗੱਜ ਕੇ ਆਖੋ ਵਾਹਿਗੁਰੂ। ਇੱਟ ਕੱਚੀ ਹੋਵੇ ਬਾਤ ਨਹੀਂ ਬਣਦੀ। ਹਾਂਜੀ, ਜਿਮ ਨੀਕੇ ਪਾਕੈ ਗਨ ਆਵੇ। ਜਿਵੇਂ ਸਾਰੇ ਆਵੇ ਚੰਗੀ ਤਰ੍ਹਾਂ ਪੱਕ ਜਾਣ। ਹਾਂਜੀ, ਤਿਮ ਈਂਧਨ ਬਿਨ ਸੋ ਦੇਹੋਂ ਪਾਵੇ। ਮਹਾਰਾਜ ਕਹਿੰਦੇ ਉਸ ਵਿਧੀ ਅਨੁਸਾਰ ਬਾਲਣ ਲਿਆ ਕੇ ਪ੍ਰੇਮੀ ਸਿੱਖ ਆਵਿਆਂ ਦੇ ਵਿੱਚ ਪਾਉਂਦੇ ਹਨ। ਅੱਗ ਬਲਦੀ ਹੈ, ਬਹੁਤ ਅੱਗ ਬਲਦੀ ਹੈ।
ਫਿਰ ਜਾ ਕੇ ਸਾਧ ਸੰਗਤ ਜੀ ਉਹ ਇੱਟਾਂ ਪੱਕਦੀਆਂ ਨੇ ਕਿਤੇ ਜਾ ਕੇ। ਹਾਂਜੀ, ਤੇਹ ਥਿਤ ਰਹੋ ਸਬਨ ਸੋ ਕਹੋ। ਮਹਾਰਾਜ ਕਹਿਣ ਲੱਗੇ ਤੁਹਾਡੀ ਜ਼ਿੰਮੇਵਾਰੀ ਉੱਥੇ ਦੀ ਹੈ, ਉੱਥੇ ਵਿੱਚ ਬਾਲਣ ਪਵਾਉਣਾ ਹੈ, ਇੱਟਾਂ ਪੱਕੀਆਂ ਕਰਵਾਇਆ ਕਰਨੀਆਂ ਤੁਸੀਂ ਕਹਿਣ ਲੱਗੇ। ਹਾਂਜੀ, ਇਹੋ ਤੀਰਥ ਕੀ ਸੇਵਾ ਲਹੋ। ਇਹ ਲੋਕਾਂ ਨੂੰ ਵੀ ਆਖਣਾ ਹੈ, ਭਾਈ ਤੀਰਥ ਦੀ ਸੇਵਾ ਕਰੋ, ਬੜਾ ਫਲ ਮਿਲੇਗਾ। ਇਹ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਭਾਈ ਬਹਿਲੋ ਜੀ ਦੀ ਜ਼ਿੰਮੇਵਾਰੀ ਲਾ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਇਮ ਸੁਨ ਕੇ ਬਹਿਲੋ ਹਰ ਖਾਇਓ। ਭਾਈ ਬਹਿਲੋ ਜੀ ਸੁਣ ਕੇ ਬੜੇ ਖੁਸ਼ ਹੋਏ ਜੀ। ਹਾਂਜੀ, ਕਰ ਬੰਧਨ ਸਿੱਖਨ ਮੈਂ ਆਇਓ। ਮੱਥਾ ਟੇਕਿਆ ਮਹਾਰਾਜ ਨੂੰ ਤੇ ਗੁਰਸਿੱਖਾਂ ਵਿੱਚ ਰਲ ਗਏ ਜਾ ਕੇ। ਹਾਂਜੀ, ਕਰਬੇ ਲਾਗਿਓ ਟਹਿਲ ਤਿੰਨ ਸੰਗ। ਤੇ ਸਿੱਖਾਂ ਦੇ ਨਾਲ ਰਲ ਕੇ ਭਾਈ ਬਹਿਲੋ ਜੀ ਸੇਵਾ ਕਰਨ ਲੱਗ ਪਏ ਜੀ। ਹਾਂਜੀ, ਸਕਲ ਦਿਵਸ ਜੇਤੋ ਬਲ ਅੰਗ। ਸਾਰੀ ਦਿਹਾੜੀ ਕੰਮ ਕਰਦੇ ਸਨ, ਸਾਰੀ ਦਿਹਾੜੀ। ਸਾਧ ਸੰਗਤ ਜੀ ਸਰੀਰ ਬਲੀ ਸੀਗਾ, ਜਿੰਨਾ ਬਲ ਹੁੰਦਾ ਸੀਗਾ ਸਾਰੀ ਦਿਹਾੜੀ ਸੇਵਾ ਕਰਨੀ। ਸਾਰੀ ਦਿਹਾੜੀ ਖਲੋਤੇ ਰਹਿਣਾ ਵੀ ਕਿਹੜਾ ਸੌਖਾ ਕੰਮ ਹੈਗਾ ਜੀ। ਕਹਿੰਦੇ ਸਾਰਾ ਖੂਨ ਪੈਰਾਂ 'ਚ ਇਕੱਠਾ ਹੋ ਜਾਂਦਾ ਆ ਕੇ ਬੰਦੇ ਦੇ। ਹਾਂਜੀ, ਸਾਰੀ ਦਿਹਾੜੀ ਖਲੋ ਕੇ ਸੇਵਾ ਕਰਨੀ ਜੀ। ਹਾਂਜੀ, ਨਿਸਾ ਭਏ ਜਬ ਫਿਰੈ ਅੰਧੇਰੇ। ਜਦੋਂ ਰਾਤ ਪੈ ਜਾਣੀ ਤੇ ਫਿਰ ਭਾਈ ਬਹਿਲੋ ਜੀ ਨੇ ਜਿੱਥੇ ਜਿੱਥੇ ਸਿੱਖ ਸੁੱਤੇ ਹੁੰਦੇ ਸਨ ਉੱਥੇ ਜਾਣਾ ਜੀ। ਜਾਚ ਲੇਤ ਸਿੱਖਨ ਕੇ ਡੇਰੇ। ਉੱਥੋਂ ਜਾ ਕੇ ਸਿੱਖਾਂ ਦੇ ਡੇਰਿਆਂ 'ਚ ਜਾ ਕੇ ਭੋਜਨ ਮੰਗ ਕੇ ਛਕਣਾ ਜੀ। ਹਾਂਜੀ, ਅਲਪ ਆਹਾਰ ਤਬੈ ਕਰ ਰਹੈ। ਪ੍ਰਸ਼ਾਦਾ ਥੋੜਾ ਛਕਣਾ ਜੀ। ਹਾਂਜੀ, ਗੁਰ ਪਗ ਪ੍ਰੇਮ ਰੈਨ ਦਿਨ ਲਹੈ। ਤੇ ਦਿਨ ਰਾਤ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਧਿਆਨ ਲਾਈ ਰੱਖਣਾ ਜੀ। ਬੜਾ ਔਖਾ ਕੰਮ ਹੈ। ਤੁਸੀਂ ਇੱਕ ਦਿਨ ਹੀ ਸਾਰਾ ਦਿਨ ਫੁਰਨਾ ਬਣਾ ਲਓ ਵੀ ਮੈਂ ਅੱਜ ਸਾਰੀ ਦਿਹਾੜੀ ਸੇਵਾ ਹੀ ਕਰਨੀ ਹੈ, ਕਿਸੇ ਨਾਲ ਗੱਲਬਾਤ ਨਹੀਂ ਕਰਨੀ, ਥੋੜਾ ਛਕਣਾ, ਸੇਵਾ ਕਰਨੀ ਹੈ। ਪਤਾ ਲੱਗ ਜਾਏਗਾ ਵੀ ਸਿੱਖਾਂ ਦੀ ਕਿੰਨੀ ਮਿਹਨਤ ਹੈਗੀ ਹੈ ਜੀ। ਹਾਂਜੀ, ਦਿਵਸ ਬਿਖੈ ਨਿਤ ਸੇਵ ਕਮਾਵੈ। ਦਿਨ ਸਮੇਂ ਭਾਈ ਸਾਹਿਬ ਜੀ ਸੇਵਾ ਕਰਦੇ ਆ ਜੀ। ਸਾਰਾ ਦਿਨ ਸੇਵਾ ਹੀ ਕਰਦੇ ਰਹਿੰਦੇ ਆ। ਸਿਮਰਨ ਕਰਤੇ ਨਿਸਾ ਬਿਤਾਵੈ। ਤੇ ਰਾਤ ਨੂੰ ਵਾਹਿਗੁਰੂ 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 ਰਾਤ ਨੂੰ ਸਿਮਰਨ ਕਰਦਿਆਂ ਗੁਜ਼ਰ ਜਾਂਦੀ ਹੈ, ਸਫਲ ਹੀ ਹੋ ਜਾਂਦੀ ਹੈ। ਬੂਝੈ ਲੋਕ ਈਟ ਕਾ ਆਵੈ। ਇਸ ਤੇ ਇਹ ਨੀਕੇ ਪੱਕ ਜਾਵੈ। ਤੇ ਆ ਕੇ ਪੁੱਛਦੇ ਆ ਭਾਈ ਕਿੰਨਾ ਕੁ ਬਾਲਣ ਦੀ ਲੋੜ ਹੈ, ਕਿੰਨੀ ਕੁ ਵਸਤੂਆਂ ਦੀ ਲੋੜ ਹੈ, ਮੈਂ ਲੈ ਕੇ ਆਵਾਂ। ਹਾਂਜੀ, ਤਬ ਹੈ ਕਿਸੂ ਨੇ ਕਹਿਓ ਸੁਨਾਏ। ਬਿਸ਼ਟਾ ਜੇਕਰ ਇਨ ਮੈਂ ਪਾਏ। ਤੇ ਸਾਧ ਸੰਗਤ ਜੀ ਕਿਸੇ ਨੇ ਫਿਰ ਉੱਥੇ ਜਿਹੜਾ ਮਿਸਤਰੀ ਸੀ ਨਾ, ਉਹਨੇ ਭਾਈ ਬਹਿਲੋ ਨੂੰ ਇੱਕ ਗੱਲ ਦੱਸੀ। ਗੱਜ ਕੇ ਆਖੋ ਵਾਹਿਗੁਰੂ। ਹੈ ਸਾਵਧਾਨ ਹੋ ਕੇ ਗੱਜ ਕੇ ਵਾਹਿਗੁਰੂ। ਉਹਨੇ ਆਖਿਆ ਵੀ ਇੱਟਾਂ ਬਹੁਤ ਲਾਲ ਹੋਣਗੀਆਂ ਜੇ ਇਹਦੇ ਵਿੱਚ ਗੋਬਰ ਪਾਇਆ ਜਾਵੇ, ਘੋੜਿਆਂ ਦੀ ਲਿੱਦ, ਗਾਵਾਂ ਦਾ ਗੋਹਾ, ਇਹ ਸਾਰਾ ਕੁਝ ਜੇ ਵਿੱਚ ਪਈ ਜਾਵੇ ਨਾ, ਇਹਨਾਂ ਦੀ ਅੱਗ ਜਿਹੜੀ ਹੈ ਉਹ ਇੱਟਾਂ ਨੂੰ ਬੜੀ ਛੇਤੀ ਪਕਾਊ ਤੇ ਲਾਲ ਕਰੂਗੀ। ਹਾਂਜੀ, ਤੋ ਆਛੀ ਪਾਕੈ ਹੋਏ ਲਾਲ। ਫਿਰ ਇੱਟਾਂ ਚੰਗੀ ਤਰ੍ਹਾਂ ਪੱਕਣਗੀਆਂ, ਇੱਟਾਂ ਲਾਲ ਹੋਣਗੀਆਂ। ਘਸੈ ਨਾ ਫੂਟੈ ਸੋ ਤਤਕਾਲ। ਫਿਰ ਐਸੀਆਂ ਇੱਟਾਂ ਤਿਆਰ ਹੋਣਗੀਆਂ ਜਿਹੜੀਆਂ ਛੇਤੀ ਘਸਣਗੀਆਂ ਵੀ ਨਹੀਂ ਤੇ ਜਿਹੜੀਆਂ ਛੇਤੀ ਟੁੱਟਣਗੀਆਂ ਵੀ ਨਹੀਂ। ਸੰਗਤ ਜੀ ਹੁਣ ਤੇ ਸਾਰਾ ਕੁਝ ਡੁਪਲੀਕੇਟ ਚੱਲਦਾ ਨਾ ਕੰਮ। ਇੱਟ ਵੀ ਛੇਤੀ ਟੁੱਟ ਜਾਂਦੀ ਹੈ। ਪੁਰਾਣੇ ਮਕਾਨਾਂ ਦੀਆਂ ਇੱਟਾਂ ਵੇਖੋ, ਜਿਹੜੀਆਂ ਪੁਰਾਣੀਆਂ ਇੱਟਾਂ ਲੱਗੀਆਂ ਬੜੀਆਂ ਮਜ਼ਬੂਤ ਨੇ ਜੀ। ਦੇਸੀ ਫਾਰਮੂਲੇ ਸਨ, ਬੜੇ ਵਧੀਆ ਸਨ। ਹੁਣ ਤਾਂ ਇੱਟਾਂ ਵਿੱਚ ਵੀ ਨਹੀਂ ਜਾਨ ਹੈਗੀ ਜੀ। ਭਾਈ ਬਹਿਲੋ ਜੀ ਨੂੰ ਪ੍ਰੇਮੀ ਨੇ ਆਖਿਆ, ਭਾਈ ਬਹਿਲੋ ਜੀ ਜੇ ਵਿੱਚ ਗੋਬਰ ਪਵੇ, ਵਿਸ਼ਟਾ ਪਵੇ ਨਾ, ਫਿਰ ਜਾ ਕੇ ਇੱਟਾਂ ਜਿਹੜੀਆਂ ਉਹ ਲਾਲ ਹੋਣਗੀਆਂ, ਚੰਗੀ ਤਰ੍ਹਾਂ ਪੱਕਣਗੀਆਂ, ਉਹਨਾਂ ਦਾ ਸੇਕ ਲੱਗੇ ਇਹਨਾਂ ਨੂੰ। ਹਾਂਜੀ, ਇਮ ਸੁਨ ਪ੍ਰੇਰੇ ਸੁਪਚਬ ਤੇਰੇ। ਹਾਂਜੀ,
ਭਰੈ ਸੂਪ ਲਦ ਰਾਸ਼ਬ ਪ੍ਰੇਰੇ। ਵਾਹ 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 ਵਾਹ। ਭਾਈ ਬਹਿਲੋ ਜੀ ਨੇ ਫਿਰ ਪਰਵਾਹ ਨਹੀਂ ਕੀਤੀ, ਹੱਥ ਜੋੜੋ ਪ੍ਰੇਮ ਨਾਲ ਕਹੋ ਧੰਨ ਭਾਈ ਬਹਿਲੋ ਜੀ। ਧੰਨ ਭਾਈ ਬਹਿਲੋ ਜੀ। ਸੰਗਤ ਜੀ ਜਿੰਨੇ ਬੈਠੇ ਹੋ ਨਾ, ਕੋਈ ਰਸਨਾ ਵਾਂਝੀ ਨਾ ਰਹੇ, ਦੇਸ਼ਾਂ ਵਿਦੇਸ਼ਾਂ ਚ ਗੁਰੂ ਦੇ ਪਿਆਰ ਵਾਲੇ ਸੁਣ ਰਹੇ ਐ, ਹੱਥ ਜੋੜ ਕੇ ਸਾਰੇ ਹੀ ਕਹਿ ਦਿਓ ਧੰਨ ਭਾਈ ਬਹਿਲੋ ਜੀ। ਧੰਨ ਭਾਈ ਬਹਿਲੋ ਜੀ। ਭਾਈ ਬਹਿਲੋ ਜੀ ਨੇ ਉਸੇ ਵੇਲੇ ਹੀ ਆਪਣੇ ਨਾਲ ਕੁਝ ਸਾਥੀਆਂ ਨੂੰ ਤਿਆਰ ਕੀਤਾ ਤੇ ਨਗਰ ਵਿੱਚ ਜਿੰਨੇ ਪਸ਼ੂ ਸਨ ਸਾਰਿਆਂ ਦੀ ਲਿੱਦ ਜਿਹੜੀ ਸੀ ਉਹ ਢੋਣ ਲੱਗ ਪਏ ਜੀ। ਸਾਰਿਆਂ ਦੀ ਲਿੱਦ ਲੈ ਕੇ ਆਉਣੀ, ਟੋਕਰਿਆਂ ਦੇ ਵਿੱਚ ਰੱਖ ਕੇ, ਗੋਹਾ, ਖੋਤਿਆਂ ਦੀ ਲਿੱਦ, ਘੋੜਿਆਂ ਦੀ ਲਿੱਦ, ਪਸ਼ੂਆਂ ਦੀ ਲਿੱਦ ਸਿਰ ਤੇ ਰੱਖ ਕੇ ਲੈ ਕੇ ਆਉਣੀ। ਤੇ ਮੇਰੇ ਖਿਆਲ ਨਾਲ ਇਹੋ ਜਿਹਾ ਕੰਮ ਕਰਨ ਲਈ ਕੋਈ ਬੰਦਾ ਵੀ ਨਹੀਂ ਤਿਆਰ ਹੋਣਾ ਜੀ। ਹਾਂਜੀ, ਅਸੀਂ ਸੇਵਾ ਵੀ ਮੰਗਦੇ ਹਾਂ ਟੌਰ ਵਾਲੀ ਜੀ, ਜਿਹਦੇ ਚ ਸਾਡੀ ਟੌਰ ਬਣੇ ਜੀ। ਹੈਂ, ਪਿੱਛੇ ਰਹਿ ਕੇ ਸੇਵਾ ਕਰਨ ਨੂੰ ਕੋਈ ਤਿਆਰ ਹੀ ਨਹੀਂ ਹੈਗਾ ਜੀ। ਸਾਰੇ ਨਗਰ ਦੇ ਵਿੱਚੋਂ ਰੋਜ਼ ਪਸ਼ੂਆਂ ਦੀ ਗੰਦਗੀ ਢੋਣੀ ਜੀ, ਹਰ ਰੋਜ਼। ਹਾਂਜੀ, ਇਹਦੇ ਨਾਲ ਖੇਡ ਬਣਦੀ ਸੀ। ਮੈਨੂੰ ਪਿੱਛੇ ਜਦੋਂ ਪਿਛਲੀ ਵਾਰ ਕਥਾ ਹੋਈ ਸੀਗੀ ਤੇ ਭਾਈ ਬਹਿਲੋ ਜੀ ਦੇ ਪਰਿਵਾਰ ਦੇ ਖਾਨਦਾਨ ਵਿੱਚੋਂ ਇੱਕ ਸਿੱਖ ਨੇ ਫੋਨ ਕੀਤਾ ਸੀਗਾ ਜੀ। ਉਹ ਕਹਿਣ ਲੱਗੇ ਅਸੀਂ ਭਾਈ ਬਹਿਲੋ ਜੀ ਦੇ ਪਰਿਵਾਰ ਬਾਰੇ ਬੋਲਦੇ ਹਾਂ, ਇੰਗਲੈਂਡ 'ਚ ਰਹਿੰਦੇ ਸਨ ਜੀ। ਭਾਈ ਬਹਿਲੋ ਜੀ ਨੇ ਫਿਰ ਪਰਵਾਹ ਨਹੀਂ ਕੀਤੀ, ਲੱਕ ਬੰਨ ਲਿਆ ਜੀ। ਜੋ ਪਸ਼ੂਆਂ ਦੀ ਲਿੱਦ ਟੋਕਰੇ 'ਚ ਰੱਖਣੀ, ਸਿਰ ਤੇ ਲੈ ਕੇ ਆਉਣੀ ਜੀ, ਆਵੇ 'ਚ ਪਾਉਣੀ ਜੀ, ਭੱਠੀ 'ਚ ਪਾਉਣੀ। ਵਾਹਿਗੁਰੂ। ਹਾਂਜੀ। ਈਂਟਨ ਕੇ ਚਹੁ ਫੇਰੇ ਪਾਏ, ਅਪਰ ਬਹਰ ਕੂਰਾ ਲੈ ਆਏ। ਇੱਟਾਂ ਦੇ 4 ਚੁਫੇਰੇ ਪਾ ਦਿੰਦੇ ਸਨ ਉਹਨਾਂ ਨੂੰ ਲਿਆ ਕੇ ਜੀ। ਹਾਂਜੀ, ਹੋਰ ਵੀ ਜਿੱਥੋਂ ਪਤਾ ਲੱਗਣਾ ਭਾਈ ਬਹਿਲੋ ਜੀ ਨੇ ਚਲੇ ਜਾਣਾ ਤੇ ਸਾਰੀ ਦਿਹਾੜੀ ਸਾਧ ਸੰਗਤ ਜੀ ਕੱਪੜੇ ਮੈਲੇ ਹੀ ਰਹਿੰਦੇ ਸਨ ਜੀ, ਮੈਲੇ ਹੀ ਰਹਿੰਦੇ ਸਨ। ਗੋਬਰ ਨਾਲ, ਗੋਹੇ ਨਾਲ ਮੈਲੇ ਰਹਿਣੇ ਕੱਪੜੇ। ਬਿਧ ਸੋ ਕਰੈ ਪ੍ਰੇਮ ਉਪਜਾਵੇ। ਹੋ ਸਕਦਾ ਜੀ ਏਦਾਂ, ਇਹ ਕੰਮ ਵੀ ਕਰਨਾ ਤੇ ਮਨ ਵਿੱਚ ਪਿਆਰ ਵੀ ਪੂਰਾ ਰੱਖਣਾ ਜੀ, ਪੂਰਾ ਪ੍ਰੇਮ ਰੱਖਣਾ। ਹਉਮੈ ਨਹੀਂ ਆਉਣ ਦਿੱਤੀ, ਮੈਂ ਕਿੰਨੀ ਮਹਾਨ ਸੇਵਾ ਕਰਨੀ ਹੈ। ਗਨ ਈਂਟਨ ਕੇ ਲਾਏ ਪਜਾਵੇ। ਤੇ ਸਾਧ ਸੰਗਤ ਜੀ ਫਿਰ ਕਿਸੇ ਇੱਟਾਂ ਦੇ ਢੇਰਾਂ ਨਾਲ ਖੂਬ ਆਸੇ ਪਾਸੇ ਉਹਨਾਂ ਨੇ ਇਹ ਚੀਜ਼ਾਂ ਪਾ ਦੇਣੀਆਂ, ਭੱਠੇ 'ਚ ਪਾਉਣੀਆਂ, ਆਸੇ ਪਾਸੇ ਪਾਉਣੀਆਂ। ਹਾਂਜੀ। ਬਾਕੀ ਬਹੁ ਸੁੰਦਰ ਭਈ ਲਾਲ। ਤੇ ਫਿਰ ਕੀ ਬਣਿਆ ਜੀ? ਭਾਈ ਬਹਿਲੋ ਜੀ ਦੀ ਮਿਹਨਤ ਸਫਲੀ ਹੋਈ ਜੀ। ਬਹੁਤਾ ਹੀ ਮਨ ਨੀਵਾ ਕੀਤਾ ਹੋਏਗਾ ਇਹ ਸੇਵਾ ਵਾਸਤੇ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਇੱਕ ਸਿੱਖ ਸੇਵਾ ਕਰਨ ਦਿਆ ਜੀ ਭਾਂਡਿਆਂ ਦੀ ਜੀ, ਤੇ ਸੰਗਤ ਦੀ ਜਿਹੜੀ ਝੂਠ ਹੁੰਦੀ ਨਾ ਜੀ ਬਚਿਆ ਹੋਇਆ, ਉਹ ਹੁਣ ਗਿੱਲਾ ਹੋ ਗਿਆ ਜੀ। ਪ੍ਰਸ਼ਾਦੇ ਵੀ ਤੁਹਾਨੂੰ ਪਤਾ ਹੈ ਹੋਰ ਤਰ੍ਹਾਂ ਦੇ ਹੋ ਜਾਂਦੇ, ਹੱਥ ਨਹੀਂ ਲਾਇਆ ਜਾਂਦਾ। ਤੇ ਇੱਕ ਸਿੱਖ ਨੇ ਨਾ ਉਹ ਫੜ ਕੇ ਸਾਰੀ ਝੂਠ ਤੇ ਹੱਥ ਦੇ ਨਾਲ ਜਦੋਂ ਲਿਫਾਫੇ ਵਿੱਚ ਪਾਈ, ਮੇਰਾ ਜੀ ਕਰੇ ਬਲਿਹਾਰ ਜਾਈਏ ਇਹਨਾਂ ਤੋਂ। ਕਿੰਨਾ ਮਨ ਮਾਰ ਕੇ ਸੇਵਾ ਕਰਨ ਦਾ ਜੀ, ਕਿੰਨੀ ਮਨ ਮਾਰ ਕੇ ਸੇਵਾ ਕਰਨ ਦਾ ਜੀ। ਭਾਈ ਬਹਿਲੋ ਜੀ ਦੀ ਸੇਵਾ ਰੰਗ ਲੈ ਕੇ ਆਈ, ਇੱਟਾਂ ਖੂਬ ਲਾਲ ਹੋਈਆਂ ਤੇ ਪੱਕੀਆਂ ਚੰਗੀ ਤਰ੍ਹਾਂ ਜੀ। ਹਾਂਜੀ। ਬਹਿਲੋ ਹਰਖਿਓ ਹਿਰਦੈ ਵਿਸਾਲ। ਉਹ ਜਦੋਂ ਵੇਖਿਆ ਇੱਟਾਂ ਪੱਕ ਗਈਆਂ ਨੇ, ਲਾਲ ਹੋ ਗਈਆਂ ਨੇ, ਭਾਈ ਬਹਿਲੋ ਜੀ ਦੀ ਖੁਸ਼ੀ ਬਹੁਤ ਵੱਧ ਗਈ ਜੀ। ਹਾਂਜੀ। ਸ਼੍ਰੀ ਅਰਜਨ ਲਖ ਅੰਤਰ ਜਾਮੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਵੀ ਸਮਝ ਗਏ ਭਾਈ ਬਹਿਲੋ ਨੇ ਸੇਵਾ 'ਚ ਕਮਾਲ ਕਰ ਦਿੱਤੀ, ਹੱਦ ਕਰ ਦਿੱਤੀ ਜੀ। ਇੰਨੀ ਨਿਮਰਤਾ ਵਾਲੀ ਸੇਵਾ ਜੀ। ਹਾਂਜੀ। ਸੇਵਾ ਸਿੱਖਣ ਕੀ ਭਿਖ ਸੁਆਮੀ। ਮਹਾਰਾਜ ਗਰੀਬ ਨਵਾਜ ਆਪਣੀ ਸਿੱਖਾਂ ਦੀ ਸੇਵਾ ਵੇਖਣੀ ਚਾਹੁੰਦੇ ਆ ਜੀ। ਹਾਂਜੀ। ਕੁਸ਼ਕ ਈਟਕਾਂ ਨਿਕਟ ਮੰਗਾਈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਭਾਈ ਪ੍ਰੇਮੀਓ ਕੁਝ ਇੱਟਾਂ ਲਿਆ ਕੇ ਵਿਖਾਓ। ਕਹਿਣ ਲੱਗੇ, ਵੇਖੀਏ ਕਿੰਨੀਆਂ ਕੁ ਪੱਕੀਆਂ ਨੇ। ਹਾਂਜੀ। ਕੀਨ ਬਿਲੋਕਨ ਨੀਠ ਬਣਾਈ। ਤੇ ਮਹਾਰਾਜ ਨੇ ਵੇਖਿਆ ਇੱਟਾਂ ਬਿਲਕੁਲ ਲਾਲ ਹੋਈਆਂ ਪਈਆਂ ਤੇ ਇੱਟਾਂ ਪੱਕੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ ਭਲਾ? ਕਿਉਂਕਿ ਇਹ ਕਿਹੜਾ ਹਰਿਮੰਦਰ ਸਾਹਿਬ
2-4 ਸਾਲ ਰਹਿਣਾ, ਇਹ ਜੁੱਗਾਂ ਜੁੱਗਾਂ ਤੱਕ ਰਹਿ ਜਾਣਾ ਹੈ ਜੀ। ਸਰੋਵਰ 'ਚ ਉਹ ਇੱਟਾਂ ਲੱਗੀਆਂ ਜੇ ਪੌੜੀਆਂ 'ਚ, ਜੁੱਗਾਂ ਜੁੱਗਾਂ ਤੱਕ ਰਹਿਣਾ, ਕੱਚਾ ਕੰਮ ਥੋੜੀ ਕਰਨਾ ਹੈ। ਫਿਰ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਪੱਕੇ ਹੀ ਕੰਮ ਕਰਨੇ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ। ਹਾਂਜੀ। ਪਰਮ ਪ੍ਰਸੀਦੇ ਬਾਕ ਸੁਨਾਇਓ। ਜਦੋਂ ਇੱਟਾਂ ਐ ਲਾਲ ਹੋਈਆਂ ਪਈਆਂ, ਪੱਕ ਗਈਆਂ, ਮਹਾਰਾਜ ਬੜੇ ਖੁਸ਼ ਹੋਏ ਜੀ। ਖੁਸ਼ ਹੋ ਕੇ ਸਤਿਗੁਰਾਂ ਨੇ ਬਚਨ ਕੀਤਾ, ਇਹੋ ਆਵਾ ਅਬ ਭਲੋ ਪਕਾਇਓ। ਮਹਾਰਾਜ ਕਹਿੰਦੇ ਬਹੁਤ ਸੋਹਣਾ ਆਵਾ ਪੱਕਿਆ। ਹਾਂਜੀ। ਅਤ ਸੇਵਾ ਬਹਿਲੋ ਕੀ ਦੇਖ। ਤੇ ਸਿੱਖਾਂ ਨੂੰ ਪੁੱਛਿਆ, ਪਤਾ ਤਾਂ ਹੈਗਾ ਮਹਾਰਾਜ ਨੂੰ ਸਾਰੀ ਗੱਲ ਦਾ, ਪਰ ਮਹਾਰਾਜ ਸਿੱਖਾਂ ਨੂੰ ਪੁੱਛਦੇ ਹੈ, ਭਾਈ ਪਿਆਰਿਓ ਇਹ ਕਿੰਨੇ ਸੇਵਾ ਕੀਤੀ ਹੈ? ਇੱਕ ਸਿੱਖ ਹੱਥ ਜੋੜ ਕੇ ਕਹਿਣ ਲੱਗਾ, ਮਹਾਰਾਜ ਭਾਈ ਬਹਿਲੋ ਜੀ ਦੇ ਕਰਕੇ ਸਾਰਾ ਕੁਝ ਹੋਇਆ ਜੇ। ਭਾਈ ਬਹਿਲੋ ਜੀ ਗੰਦਗੀ ਢੋਂਦੇ ਰਹੇ। ਮਹਾਰਾਜ ਫਿਰ ਭਾਈ ਬਹਿਲੋ ਜੀ ਤੇ ਹੋਰ ਪ੍ਰਸੰਨ ਹੋਏ ਜੀ। ਹਾਂਜੀ। ਕਿਰਪਾ ਦ੍ਰਿਸ਼ਟ ਗੁਰ ਕਰਤ ਵਿਸ਼ੇਖ। ਤੇ ਫਿਰ ਜਦੋਂ ਗੁਰੂ ਸਾਹਿਬ ਖੁਸ਼ ਹੁੰਦੇ ਆ ਤੇ ਕੀ ਹੁੰਦਾ, ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਭਾਈ ਬਹਿਲੋ ਜੀ ਨੂੰ ਦੇਖਿਆ ਜੀ। ਮਿਹਰ ਦੀ ਜਦੋਂ ਦ੍ਰਿਸ਼ਟੀ ਪਾਈ ਨਾ ਜੀ। ਹਾਂਜੀ। ਅੰਤਹ ਕਰਨ ਭਇਓ ਨਿਰਮਲੀਆ। ਅੰਤਹ ਕਰਨ ਭਇਓ ਨਿਰਮਲੀਆ। ਭਾਈ ਬਹਿਲੋ ਦਾ ਮਨ ਉਸੇ ਵੇਲੇ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਮਨ ਹੀ ਨਹੀਂ ਪਵਿੱਤਰ ਹੁੰਦਾ ਜੀ। ਹਾਂਜੀ, ਇਹ ਨਹੀਂ ਪਵਿੱਤਰ ਹੁੰਦਾ ਜੀ। ਜਪ ਤਪ ਭਜਨ ਬੰਦਗੀ ਸੇਵਾ ਕਰਦਿਆਂ ਹੋਇਆਂ ਦਾ ਨਹੀਂ ਪਵਿੱਤਰ ਹੁੰਦਾ ਜੀ। ਇਹ ਜਦੋਂ ਪਵਿੱਤਰ ਹੁੰਦਾ ਹੈ ਸਤਿਗੁਰੂ ਜੀ ਦੀ ਮਿਹਰ ਨਾਲ ਹੁੰਦਾ ਹੈ ਜੀ। ਬਸ ਫਿਰ ਮਿਹਰ ਦੀ ਦ੍ਰਿਸ਼ਟੀ ਪਾਈ, ਮਹਾਰਾਜ ਨੇ ਭਾਈ ਬਹਿਲੋ ਜੀ ਦਾ ਮਨ ਪਵਿੱਤਰ ਕਰ ਦਿੱਤਾ ਜੀ। ਵਿਸ਼ੇ ਬਾਸ਼ਨਾਦਿਕ ਸਭ ਦਲੀਆ। ਵਿਸ਼ੇ ਵਾਸ਼ਨਾਵਾਂ ਸਾਰੀਆਂ ਹੀ ਗੁਰੂ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਪਾ ਕੇ ਭਾਈ ਬਹਿਲੋ ਜੀ ਦੇ ਅੰਦਰੋਂ ਨਾਸ ਕਰ ਦਿੱਤੀਆਂ। ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਕੁਝ ਵੀ ਨਹੀਂ ਰਿਹਾ ਜੀ। ਹਾਂਜੀ। ਇਮ ਸੇਵਾ ਮੈਂ ਲੱਗਿਓ ਕਨੇਰਾ। ਇਸ ਤਰੀਕੇ ਨਾਲ ਭਾਈ ਬਹਿਲੋ ਜੀ ਸੇਵਾ 'ਚ ਲੱਗੇ ਹੀ ਰਹੇ। ਲੈ ਕੇ ਆਉਣੀ ਗੰਦਗੀ ਪਸ਼ੂਆਂ ਦੀ, ਪਕਾਉਣੇ ਆਵੇ ਸਾਧ ਸੰਗਤ ਜੀ, ਸਿਰ ਤੇ ਢੋਣੀ ਗੰਦਗੀ ਸਾਰੀ, ਬੜਾ ਔਖਾ ਕੰਮ 'ਚ। ਹਾਂਜੀ। ਕਰ ਹੈ ਪਜਾਵਨ ਕਾਜ ਵਡੇਰਾ। ਇੱਟਾਂ ਨੂੰ ਪਕਾਉਣ ਦਾ ਵੱਡਾ ਕੰਮ ਭਾਈ ਬਹਿਲੋ ਜੀ ਕਰਨ ਦੇ, ਤੇ ਕਈ ਮਹੀਨੇ ਹੋ ਗਏ ਕਰਦਿਆਂ ਨੂੰ ਜੀ। ਰੋਜ਼ ਗੁਰੂ ਘਰੋਂ ਦਿਹਾੜੀ ਮਿਲਦੀ ਹੈ ਜੀ। ਹਾਂਜੀ। ਇੱਕ ਦਿਨ ਸ਼੍ਰੀ ਅਰਜਨ ਗੁਰ ਬੈਸੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਅੱਗੋਂ ਪ੍ਰਸੰਗ ਨਵਾਂ ਤੁਰ ਜਾਣਾ, ਫਿਰ ਸਮਾਂ ਲੱਗਣਾ, ਪਰ ਚਲੋ ਜਿੰਨਾ ਹੋ ਸਕਦਾ ਹੈ ਤਾਂ ਯਤਨ ਕਰੇ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਬੈਠੇ ਜੀ, ਗੁਰੂ ਅਰਜਨ ਸਾਹਿਬ। ਹਾਂਜੀ। ਕਹਿਓ ਲਾਂਗਰੀ ਆਏ ਸੋ ਐਸੇ। ਲਾਂਗਰੀ ਆਇਆ ਮਹਾਰਾਜ ਕੋਲ। ਲਾਂਗਰੀ ਨੇ ਆ ਕੇ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਆਖਿਆ, ਚੂਨ ਆਜਨੈ ਭਇਓ ਤਿਆਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਅੱਜ ਆਟਾ ਨਹੀਂ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਆਟਾ ਨਹੀਂ ਤਿਆਰ ਹੋ ਸਕਿਆ ਮਹਾਰਾਜ। ਹਾਂਜੀ। ਅਟਕੀ ਦੇਗ ਸੋ ਭਈ ਲਚਾਰੀ। ਲੰਗਰ ਨਹੀਂ ਤਿਆਰ ਹੋ ਸਕਿਆ ਸੱਚੇ ਪਾਤਸ਼ਾਹ। ਹਾਂਜੀ। ਸ਼੍ਰੀ ਗੁਰ ਸਿੱਖਨ ਸਾਥ ਅਲਾਏ। ਆਜ ਦੇਗ ਕੋ ਔਰ ਚਲਾਏ। ਤੇ ਆਟਾ ਨਹੀਂ ਸੀ ਆ ਸਕਿਆ, ਕੋਈ ਮਾਇਆ ਦੀ ਖੇਡ ਵਰਤੀ। ਅਜੇ ਕੀ ਕਮੀ ਨਹੀਂ ਹੈ, ਇਹ ਵੀ ਮਹਾਰਾਜ ਦੀ ਖੇਡ ਹੀ ਸੀ ਕੋਈ ਜੀ। ਮਹਾਰਾਜ ਕਹਿਣ ਲੱਗੇ, ਅੱਜ ਫਿਰ ਕੋਈ ਸਿੱਖ ਲੰਗਰ ਬਣਵਾਵੇ, ਸਾਰੀ ਮਾਇਆ ਸਿੱਖ ਖਰਚੇ ਕੋਈ। ਹਾਂਜੀ। ਸੁਨ ਬਹਿਲੋ ਹੋਏ ਖਰੇ ਉਚਾਰੀ। ਤੇ ਭਾਈ ਬਹਿਲੋ ਜੀ ਖੜੇ ਹੋ ਗਏ ਜੀ। ਫਿਰ ਗੱਜ ਕੇ ਆਖੋ ਵਾਹਿਗੁਰੂ। ਜਿਨ੍ਹਾਂ ਦੇ ਮਨ 'ਚ ਲੋਭ ਹੀ ਨਹੀਂ ਹੈਗਾ, ਉਹਨਾਂ ਮਾਇਆ ਨੂੰ ਰੱਖ ਕੇ ਕੀ ਕਰਨਾ ਹੈ। ਜੇਬ 'ਚੋਂ ਪੰਜੀ ਕੱਢਣੀ ਵੀ ਔਖੀ ਹੋ ਜਾਂਦੀ। ਤੇ ਭਾਈ ਬਹਿਲੋ ਜੀ ਖਲੋ ਗਏ ਮਹਾਰਾਜ ਦੀ ਹਾਜ਼ਰੀ 'ਚ। ਰਾਵਰ ਕਰੀ ਜੋ ਮੋਹੇ ਦਿਹਾਰੀ। ਹੱਥ ਜੋੜ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੋ ਤੁਸੀਂ ਮੈਨੂੰ ਰੋਜ਼ ਦਿਹਾੜੀ ਦਿੰਦੇ, ਉਹਦੀ ਮਾਇਆ ਇਕੱਠੀ ਹੋਈ ਪਈ ਹੈ। ਹਾਂਜੀ। ਸਰਬ ਇਕੱਤਰ ਅਹੈ ਸੋ ਧਰੀ। ਮੈਂ ਨਿਜ ਗੁਜ਼ਰ ਅਪਰਬਿਦ ਕਰੀ। ਮਹਾਰਾਜ ਮੈਂ ਤੇ ਹੋਰ ਤਰੀਕੇ ਨਾਲ ਪ੍ਰਸ਼ਾਦਾ ਛਕ ਲੈਣਾ, ਮਾਇਆ ਨਹੀਂ ਮੈਂ ਵਰਤੀ ਮਹਾਰਾਜ।
ਹਾਂਜੀ, ਸੋ ਸਭ ਰਸਤ ਦੇਗ ਦਿਓ ਪਾਏ। ਜੇ ਹੁਕਮ ਹੋਵੇ ਉਹ ਮਾਇਆ ਸਾਰੀ ਤੁਹਾਡੇ ਚਰਨਾਂ 'ਚ ਹਾਜ਼ਰ ਕਰ ਦੇਣਾ ਮੈਂ ਮਹਾਰਾਜ। ਇਹੋ ਹੀ ਗੱਲਾਂ ਨੇ। ਮਾਇਆ ਪਿਆਰੀ ਲੱਗਦੀ ਹੈ, ਕਿੱਥੋਂ ਬੰਦਾ ਦਿੰਦਾ ਜੀ, ਪੰਜੀ ਦੇਣ ਨੂੰ ਨਹੀਂ ਜੀ ਕਰਦਾ ਜੀ, ਲੋਭੀਆਂ ਨੂੰ। ਭਾਈ ਬਹਿਲੋ ਜੀ ਕਹਿੰਦੇ ਸਾਰੀ ਮਾਇਆ ਹੀ ਮਹਾਰਾਜ ਮੈਂ ਭੇਟਾ ਕਰ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਸ਼੍ਰੀ ਪ੍ਰਭ ਦਾਨ ਤਿਹਾਰੋ ਖਾਏ। ਸੱਚੇ ਪਾਤਸ਼ਾਹ ਮੈਂ ਤੇ ਤੁਹਾਡਾ ਦਿੱਤਾ ਹੀ ਖਾਣਿਆ, ਮੇਰੇ ਕੋ ਕਿਹੜਾ ਕੁਝ ਆਪਣਾ ਹੈਗਾ। ਹਾਂਜੀ, ਸ਼੍ਰੀ ਅਰਜਨ ਸੁਨ ਬੋਲੇ ਸਿੱਖ, ਅਬ ਨਾ ਫਿਰੋ ਘਰ ਘਰ ਹਿਤ ਭਿਖ। ਮਹਾਰਾਜ ਕਹਿੰਦੇ ਭਾਈ ਬਹਿਲੋ ਮਾਇਆ ਬਚਾਲੀ, ਘਰ ਘਰ ਮੰਗ ਕੇ ਛਕਿਆ ਤੂੰ ਕਹਿਣ ਲੱਗੇ, ਅੱਜ ਤੋਂ ਇਹ ਕੰਮ ਨਹੀਂ ਕਰਨਾ। ਹਾਂਜੀ, ਮਾਂਗ ਮਾਂਗ ਟੁਕਰੇ ਬਹੁ ਥਾਵਨ, ਸੋ ਸਭ ਹਮਕੋ ਕਰੋ ਖੁਵਾਵਨ। ਭਾਈ ਬਹਿਲੋ ਜੀ ਸੇਵਾ ਕਰਦੇ, ਧਿਆਨ ਕਿਹਦੇ 'ਚ ਹੁੰਦਾ ਜੀ? ਸਤਿਗੁਰੂ ਵਿੱਚ ਜੀ। ਮਹਾਰਾਜ ਕਹਿੰਦੇ ਭਾਈ ਬਹਿਲੋ ਜੋ ਤੂੰ ਮੰਗ ਮੰਗ ਕੇ ਛਕਦਾ ਨਾ, ਉਹ ਤੂੰ ਨਹੀਂ ਛਕਦਾ, ਉਹ ਸਭ ਕੁਝ ਸਾਡੇ ਮੁੱਖ 'ਚ ਹੁੰਦਾ ਹੈ। ਤੇ ਐਵੇਂ ਨਾ ਸਾਨੂੰ ਮੰਗ ਮੰਗ ਖਵਾਇਆ ਕਰ ਕਹਿਣ ਲੱਗੇ, ਐਵੇਂ ਨਾ ਸਾਨੂੰ ਮੰਗ ਮੰਗ ਖਵਾਇਆ ਕਰ। ਵੇਖ ਲਓ ਸਿੱਖ ਵਿੱਚ ਤੇ ਸਤਿਗੁਰੂ ਵਿੱਚ ਫਰਕ ਨਹੀਂ ਚ ਰਿਹਾ ਜੀ। ਹਾਂਜੀ, ਅਬ ਲੰਗਰ ਤੇ ਕਰੋ ਆਹਾਰਾ। ਅੱਜ ਤੋਂ ਤੂੰ ਲੰਗਰ ਚੋਂ ਹੀ ਛਕਣਾ। ਮਹਾਰਾਜ ਨੇ ਵਰਜਿਆ ਸੀ ਨਾ, ਸ਼ਰਧਾ ਚੈੱਕ ਕਰਨੀ ਸੀ ਕਿ ਕਿੰਨੀ ਕੁ ਸ਼ਰਧਾ ਹੈ, ਕਿੰਨਾ ਕੁ ਭਰੋਸਾ ਹੈ। ਮਹਾਰਾਜ ਕਹਿੰਦੇ ਹੁਣ ਤੂੰ ਲੰਗਰ ਚੋਂ ਛਕ ਲਿਆ ਕਰੀ। ਨਹਿ ਜਾਂਚੋ ਤੋਹੇ ਭਾਉ ਉਦਾਰਾ। ਤੇ ਹੁਣ ਅੱਜ ਤੋਂ ਫਿਰ ਤੂੰ ਮੰਗਣਾ ਨਹੀਂ ਹੈ, ਮੰਗਣਾ ਨਹੀਂ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਬਚਨ ਹੈ, ਅੱਜ ਤੋਂ ਤੂੰ ਮੰਗਣਾ ਨਹੀਂ। ਹਾਂਜੀ, ਹਮਰੀ ਕਰ ਪ੍ਰਸੰਨਤਾ ਐਸੇ, ਜਾਚੇ ਟੁਕਰੇ ਦੇਹੋ ਨਾ ਕੈਸੇ। ਮਾਇਆ ਕਹਿੰਦੇ ਤੂੰ ਨਹੀਂ ਛਕਦਾ, ਤੇਰੇ 'ਚ ਬਹਿ ਕੇ ਅਸੀਂ ਛਕਦੇ ਹਾਂ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਮਹਾਰਾਜ ਕਹਿੰਦੇ ਐਵੇਂ ਨਾ ਸਾਨੂੰ ਮੰਗ ਮੰਗ ਛਕਾਈ ਜਾਇਆ ਕਰ। ਮਾਇਆ ਤੇ ਰੱਖ ਲਈ, ਲੰਗਰ ਤੇ ਚੱਲ ਗਿਆ। ਪਰ ਭਾਈ ਬਹਿਲੋ ਜੀ ਰੋਜ਼ ਮਾਇਆ ਬਚਾਉਂਦੇ ਸਨ, ਆਪ ਮੰਗ ਕੇ ਛਕਦੇ ਸਨ। ਮਹਾਰਾਜ ਕਹਿੰਦੇ ਨਹੀਂ, ਲੰਗਰ ਚੋਂ ਛਕਣਾ, ਮਾਇਆ ਬੰਦ ਕਰ ਦਿੱਤੀ ਜੀ। ਕਿਉਂ? ਹੁਣ ਸਿਮਰਨ ਦੀ ਦਾਤ ਦੇਣੀ ਹੈ ਨਾ। ਸੋ ਹੁਣ ਆਪਾਂ ਅਗਲੀ ਕਥਾ ਕੱਲ ਨੂੰ ਸਰਵਣ ਕਰਾਂਗੇ। ਭਾਈ ਬਹਿਲੋ ਜੀ ਵੇਖੋ ਪੁਰਾਣੇ ਸਿੱਖ ਕਿੰਨੀ ਸੇਵਾ ਕਰਦੇ ਹੈ, ਫਿਰ ਕਿੰਨੀ ਸਾਦਗੀ ਦਾ ਜੀਵਨ ਹੈ। ਹਾਂਜੀ, ਕਿੰਨੀ ਸਾਦਗੀ ਉਹਨਾਂ ਦੇ ਜੀਵਨ 'ਚ। ਆਪਾਂ ਸਭ ਕੁਝ ਹੁੰਦਿਆਂ ਸੁਣਦਿਆਂ ਸੁੱਖ ਸਾਧਨ ਬੜੇ ਹੈ, ਸੰਗਤ ਜੀ ਭਜਨ ਨਹੀਂ ਹੁੰਦਾ ਜੀ। ਤੇ ਜੇ ਘੰਟਾ ਲਾ ਵੀ ਲੈ ਕੇ ਮਨ ਨਹੀਂ ਟਿਕਦਾ ਜੀ, ਮਨ ਨਹੀਂ ਟਿਕਦਾ। ਸੁੱਖ ਸਾਧਨ ਵੱਧ ਗਏ ਹੈ, ਮਨ ਆਲਸੀ ਹੋ ਗਿਆ। ਭਾਈ ਬਹਿਲੋ ਨੇ ਆਲਸ ਨਹੀਂ ਆਉਣ ਦਿੱਤਾ। ਭਾਈ ਬਹਿਲੋ ਜੀ ਲੱਗੇ ਹੀ ਰਹੇ ਸੇਵਾ ਤੇ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਪੰਚਮ ਗੁਰਦੇਵ ਸਾਡੇ ਤੇ ਮਿਹਰ ਕਰਨ, ਸਾਨੂੰ ਵੀ ਸੇਵਾ ਦਾ ਬਲ ਬਖਸ਼ਣ ਤੇ ਮਾਫੀ ਬਖਸ਼ਿਓ ਜੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।